ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਕਈ ਪ੍ਰੋਗਰਾਮਾਂ ਤੋਂ ਲੜੀਵਾਰ ਕਿਤਾਬ ਪੜ੍ਹ ਰਹੇ ਹਾਂ ਸੌਫਟ ਟਾਰਗੇਟ, ਜਿਹੜੀ ਬ੍ਰਾਇਨ ਮੈਕਐਂਡਰੂ ਅਤੇ ਜ਼ੁਹੈਰ ਕਸ਼ਮੀਰੀ ਦੀ ਲਿਖੀ ਹੋਈ ਆ। ਇਹ ਦੋਵੇਂ ਕੈਨੇਡਾ ਦੇ ਅਖਬਾਰ ਨਵੀਸ ਹੋਏ ਨੇ, ਜਿਨ੍ਹਾਂ ਨੂੰ ਇਨਵੈਸਟੀਗੇਟਿਵ ਜਰਨਲਿਸਟ ਵੀ ਕਹਿੰਦੇ ਆ। ਅਤੇ ਇਹਨਾਂ ਨੇ ਆਪਣਾ ਜਿਹੜਾ ਇਨਵੈਸਟੀਗੇਸ਼ਨਾਂ ਕੀਤੀਆਂ ਉਹਦੇ ਉੱਤੇ ਫਿਰ ਤਹਿਕੀਕਾਤ ਕਰਕੇ ਅਤੇ ਇਹ ਕਿਤਾਬ ਲਿਖੀ ਜੀ, ਜਿਹੜੀ 1999 ਦੇ ਵਿੱਚ ਕੈਨੇਡਾ ਦੇ ਵਿੱਚ ਛਪੀ ਅਤੇ ਉਦੋਂ ਹੀ ਇੰਡੀਆ ਦੇ ਵਿੱਚ ਬੈਨ ਕਰ ਦਿੱਤੀ ਗਈ। ਕਾਰਨ ਬੈਨ ਕਰਨੇ ਦਾ ਇਹ ਸੀਗਾ ਵੀ ਇਹਦੇ ਵਿੱਚ ਜਿਹੜੀਆਂ ਭਾਰਤੀ ਏਜੰਸੀਆਂ ਨੇ ਉਹਨਾਂ ਦੀਆਂ ਸਿੱਖਾਂ ਨੂੰ ਬਦਨਾਮ ਕਰਨੇ ਦੀਆਂ, ਸਿੱਖਾਂ ਨੂੰ ਕਠਪੁਤਲੀਆਂ ਵਾਂਗ ਨਚਾਉਣੇ ਦੀਆਂ ਜਿਹੜੀਆਂ ਘਿਨਾਉਣੀਆਂ ਚਾਲਾਂ ਹੈਗੀਆਂ, ਬਿਲਕੁਲ ਉਹਨਾਂ ਸਾਰੀਆਂ ਨੂੰ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਐਕਸਪੋਜ਼ ਕੀਤਾ ਕਿਤਾਬ ਦੇ ਵਿੱਚ ਅਤੇ ਪਰਦਾਫਾਸ਼ ਕੀਤਾ ਉਹਨਾਂ ਦੀਆਂ ਹਰਕਤਾਂ ਦਾ। ਅਤੇ ਇਹ ਇਸ ਕਰਕੇ ਵੀ ਇਹ ਕਿਤਾਬ ਜਿਹੜੀ ਆ ਵੀ ਇਹ ਇੰਡੀਆ ਦੇ ਵਿੱਚ ਅੱਜ ਵੀ ਬੈਨ ਆ। ਪਰ ਹਰ ਸਿੱਖ ਨੂੰ ਸਾਡੀ ਬੇਨਤੀ ਆ ਵੀ ਜਦੋਂ ਟਾਈਮ ਲੱਗੇ ਤਾਂ ਜ਼ਰੂਰ ਪੜ੍ਹੋ ਇਹਨੂੰ, ਭਾਵੇਂ ਲਾਇਬ੍ਰੇਰੀ 'ਚੋਂ ਮੰਗ ਕੇ ਅਤੇ ਭਾਵੇਂ ਜੇ ਖਰੀਦ ਸਕਦੇ ਹਾਂ ਕਿਤੇ ਉੱਦਾਂ ਆਊਟ ਆਫ ਪ੍ਰਿੰਟ ਆ ਕਿਤਾਬ ਇਹ। ਪਰ ਆਸ ਕਰਦੇ ਹਾਂ ਵੀ ਕੋਈ ਨਾ ਕੋਈ ਪਬਲਿਸ਼ਰ ਜਿਹੜਾ ਆ ਵੀ ਇਹਦੀ ਈ ਬੁੱਕ ਜਿਹੜੀ ਆ ਵੀ ਉਹ ਜਾਰੀ ਕਰੇ। ਅਤੇ ਉੱਦਾਂ PDF ਜਿਹੜੀ ਆ ਉਹ ਇੰਟਰਨੈਟ ਦੇ ਉੱਤੇ ਅਵੇਲੇਬਲ ਹੈਗੀ ਆ ਵੀ ਜੇ ਉਹ ਤੁਸੀਂ ਲਾ ਕੇ ਪੜ੍ਹ ਲਓ ਤਾਂ ਬਹੁਤ ਵਧੀਆ, ਕਿਉਂਕਿ ਜਿਹੜੇ ਤੌਰ ਤਰੀਕੇ ਉਸ ਵੇਲੇ ਭਾਰਤੀ ਏਜੰਸੀਆਂ ਵਰਤ ਰਹੀਆਂ ਸੀ ਸਿੱਖਾਂ ਦੇ ਅਗੇਂਸਟ, ਉਹ ਅੱਜ ਵੀ ਵਰਤੇ ਜਾ ਰਹੇ ਨੇ। ਬਿਲਕੁਲ ਜਿਹੜੇ ਹੱਥ ਕੰਡੇ ਅਪਣਾ ਕੇ, ਜਿਹੜੇ ਹੱਥ ਕੰਡਿਆਂ ਰਾਹੀਂ ਉਹਨਾਂ ਨੇ ਕੌਮ ਦੇ ਅੰਦਰ ਕਠਪੁਤਲੀਆਂ ਤਿਆਰ ਕੀਤੀਆਂ ਸੀ ਅਤੇ ਫਿਰ ਉਹਨਾਂ ਕਠਪੁਤਲੀਆਂ ਰਾਹੀਂ ਜਾਂ ਹੱਥ ਠੋਕਿਆਂ ਰਾਹੀਂ ਪਈ ਸਿੱਖ ਕੌਮ ਨੂੰ ਬਦਨਾਮ ਕੀਤਾ ਅਤੇ ਕਠਪੁਤਲੀਆਂ ਵਾਂਗ ਨਚਾਇਆ। ਅਤੇ ਉਹੋ ਹੀ ਹੱਥ ਕੰਡੇ ਅੱਜ ਵੀ ਵਰਤੇ ਜਾ ਰਹੇ ਨੇ ਅਤੇ ਅੱਜ ਵੀ ਉੱਦਾਂ ਹੀ ਹੱਥ ਠੋਕੇ ਤਿਆਰ ਕਰਕੇ ਹਰੇਕ ਮੁਲਕ ਦੇ ਵਿੱਚ, ਅਤੇ ਉਹਨਾਂ ਰਾਹੀਂ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਣ ਦੇ ਜਿਹੜੇ ਤਰੀਕੇ ਨੇ, ਜਿਹੜੇ ਪਲਾਨ ਨੇ ਵੀ ਉਹ ਸਿਰੇ ਚਾੜ੍ਹੇ ਜਾ ਰਹੇ ਨੇ। ਅਸੀਂ ਇੱਧਰ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਸਾਨੂੰ ਤਾਂ ਦੇਖਦੇ ਹੀ ਨੇ, ਅਤੇ ਤੁਸੀਂ ਆਪਣੇ ਮੁਲਕ ਦੇ ਵਿੱਚ ਵੇਖ ਲਓ ਅਤੇ ਤੁਹਾਨੂੰ ਉਹ ਪਤਾ ਲੱਗ ਜਾਣਾ ਵੀ ਕਿਹੜੇ ਬੰਦੇ ਜਿਹੜੇ ਨੇ ਵੀ ਉਹ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਅਤੇ ਸਿੱਖਾਂ ਅਤੇ ਜਿਹੜੀ ਕੌਮ ਆ, ਪੰਥ ਆ, ਉਹਦੇ ਉੱਤੇ ਹਮਲੇ ਜਿਹੜੇ ਆ ਵੀ ਉਹ ਕਰ ਰਹੇ ਨੇ। ਵੀ ਈਵਨ ਇਹ ਵੀ ਆ ਵੀ ਜੇ ਕੋਈ ਸਿੱਖ ਜਿਹੜਾ ਆ ਵੀ ਉਹ ਕਿਸੇ ਵੀ ਖੇਤਰ ਦੇ ਵਿੱਚ ਆਪਣਾ ਨਾਮਣਾ ਖੱਟਦਾ ਆ ਜੀ, ਉਹਨੂੰ ਸਪੈਸ਼ਲ ਟਾਰਗੇਟ ਕਰ ਦਿੱਤਾ ਜਾਂਦਾ। ਬਿਲਕੁਲ ਵੀ ਜਾਂ ਮਤਲਬ ਵੀ ਉਹਨੂੰ ਇਹ ਮਜਬੂਰ ਕਰ ਦਿੱਤਾ ਜਾਂਦਾ ਵੀ ਉਹ ਸਰਕਾਰ ਦੇ ਝੋਲੀ 'ਚ ਆ ਕੇ ਬਹਿ ਜਾਵੇ, ਅਤੇ ਜਾਂ ਫਿਰ ਵੀ ਉਹਨੂੰ ਟਾਰਗੇਟ ਕਰਕੇ ਅਤੇ ਉਹਦੇ ਖੇਤਰ ਦੇ ਵਿੱਚ ਹੀ ਥੱਲੇ ਸੁੱਟਣੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇੱਥੇ ਅਸੀਂ ਦੇਖਿਆ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜੇ ਅੱਜ ਤੋਂ 15 ਸਾਲ ਪਹਿਲਾਂ ਮਿਲੀਅਨੇਅਰ ਅਖਵਾਉਂਦੇ ਸੀਗੇ ਅਤੇ ਗੁਰਦੁਆਰਿਆਂ ਲਈ ਅਤੇ ਹੋਰ ਜਿਹੜੇ ਸਿੱਖਾਂ ਦੇ ਪ੍ਰੋਜੈਕਟ ਸੀਗੇ ਉਹਨਾਂ ਲਈ, ਕੌਮੀ ਪ੍ਰੋਜੈਕਟ ਜਿਹੜੇ ਵੀ ਉਹਨਾਂ ਲਈ ਖੁੱਲ੍ਹ ਕੇ ਮਾਇਆ ਦਾ ਦਾਨ ਕਰਦੇ ਸੀਗੇ, ਅੱਜ ਉਹ ਸਾਰੇ ਹੀ ਤਕਰੀਬਨ ਜਿਹੜੇ ਆ ਵੀ ਉਹ ਥੱਲੇ ਲਾਏ ਹੋਏ ਨੇ। ਅਤੇ ਜਿਹੜੇ ਸਰਕਾਰੀ ਹੱਥ ਠੋਕੇ ਉਸ ਵੇਲੇ ਵੀ ਗਿਣੇ ਜਾਂਦੇ ਸੀ ਅਤੇ ਅੱਜ ਵੀ ਗਿਣੇ ਜਾਂਦੇ ਨੇ, ਵੀ ਉਹਨਾਂ ਨੂੰ ਇਹ ਵੀ ਉਹ ਪੂਰਾ ਆਪਣਾ ਜਿਹੜਾ ਸਰਕਾਰੀ ਸ਼ਹਿ ਦੇ ਉੱਤੇ ਵੀ ਉਹਨਾਂ ਦੀ ਜਿਹੜੀ ਹੈ ਵੀ ਉਹ ਮਾਇਆ ਪੱਖੋਂ ਵੀ ਬੱਲੇ ਬੱਲੇ ਕਰਵਾਈ ਜਾ ਰਹੀ ਹੈ। ਔਰ ਇਹ ਜਿਹੜਾ ਪੈਂਤੜਾ ਆ ਵੀ ਜਦੋਂ ਤੁਸੀਂ ਨਾ ਜਿਹੜੇ ਆਪਣਾ ਕਨਿਸ਼ਕਾ ਕਾਂਡ ਵਾਲੇ ਬੰਦੇ ਜਿਹੜੇ ਭਾਵੇਂ ਉਹ ਹੋਏ ਸੀਗੇ ਜਿਨ੍ਹਾਂ 'ਤੇ ਇਲਜ਼ਾਮ ਲੱਗੇ ਜੀ, ਵੀ ਉਹਨਾਂ ਬੰਦਿਆਂ ਦੀ ਪਿਛੋਕੜ ਵੇਖ ਲਓ ਵੀ ਜਿਹੜੇ ਕਿਸੇ ਟਾਈਮ ਦੇ ਉੱਤੇ ਅਤੇ ਉੱਦਾਂ ਹੀ ਕਹਿ ਲਓ ਵੀ ਜਿੱਦਾਂ ਹਰੇਕ ਬੰਦਾ ਮਾਈਗਰੇਟ ਕਰਕੇ ਸਟਰਗਲ ਕਰਦਾ, ਉਹ ਵੀ ਇੱਦਾਂ ਹੀ ਸਟਰਗਲ ਕਰਦੇ ਸੀ। ਬਿਲਕੁਲ। ਅਤੇ ਪਰ ਜਦੋਂ ਉਹਨਾਂ ਨੇ ਜਿਹੜੀਆਂ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਕੰਮ ਕੀਤੇ ਨੇ 2-4, ਅਤੇ ਉਹ ਤੋਂ ਬਾਅਦ ਉਹਨਾਂ ਦੀ ਹਾਲਤ ਵੇਖੋ ਵੀ ਕਿੱਦਾਂ ਵੀ ਝੱਟ ਹੀ ਮਿਲੀਅਨੇਅਰ ਬਣ ਕੇ ਅਤੇ ਜਿਹੜੇ ਆ ਵੀ ਉਹ ਕੌਮ ਦੇ ਵਿੱਚ ਵੀ ਆਪਣੀ ਜਗ੍ਹਾ ਬਣਾ ਗਏ। ਬਿਲਕੁਲ। ਅਤੇ ਉਹ ਹੁਣ ਉਹ ਜਿਹੜਾ ਹੈਗਾ ਸਾਰੀ ਦੁਨੀਆ ਦਾ ਹੀ ਇਹ ਆ ਵੀ ਖਾਸ ਤੌਰ 'ਤੇ ਜਿਹੜੇ ਪਿਛਲੇ 4 ਸਾਲ ਟਰੰਪ ਦੇ ਨਿਕਲੇ ਨੇ ਵੀ ਉਹਦੇ ਵਿੱਚ ਅਤੇ ਇਹ ਸਾਫ਼ ਹੀ ਹੋ ਗਿਆ ਵੀ ਅੱਗੇ ਆਪਣੇ ਕਹਾਵਤ ਹੁੰਦੀ ਸੀ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਜੀ, ਅਤੇ ਅੱਜ ਤਾਂ ਮਤਲਬ ਵੀ ਇਹ ਰੂਲ ਬਣ ਗਿਆ ਹੋਇਆ ਆ ਵੀ ਜਿਹਦੀ ਕੋਠੀ 'ਚ ਦਾਣੇ ਹੈਗੇ ਆ ਵੀ ਜਿਹਦੇ ਕੋਲ 4 ਦਮੜੇ ਹੈਗੇ ਆ, ਉਹ ਜਿੱਡਾ ਮਰਜ਼ੀ ਕੁੱਤਾ ਹੋਵੇ, ਜਿੱਡਾ ਮਰਜ਼ੀ ਬੇਈਮਾਨ ਝੂਠਾ ਮਕਾਰ ਹੋਵੇ, ਬਿਲਕੁਲ,
ਉਹਦੇ ਮਗਰ ਭੇਡਾਂ ਵਾਂਗ ਤੁਰਨੇ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਝੱਟ ਇਕੱਠੀ ਹੋ ਜਾਂਦੀ ਆ ਇਸ ਆਸ ਦੇ ਵਿੱਚ ਵੀ ਸ਼ਾਇਦ ਇਹ ਕੋਈ ਸਾਨੂੰ ਵੀ ਟੁੱਕੜ ਇੱਕ ਅੱਧਾ ਪਾ ਦੇਵੇ। ਸੋ ਜਦੋਂ ਸਾਰੀ ਦੁਨੀਆ ਦੀ ਬਿਰਤੀ ਜਿਹੜੀ ਆ ਵੀ ਉਹ ਇਹੋ ਜਿਹੀ ਬਣ ਗਈ ਹੋਵੇ, ਉਹਦੇ ਵਿੱਚ ਜਿਹੜਾ ਸਿੱਖੀ ਦਾ ਹੈਗਾ ਆ ਵੀ ਸਚੋਰ ਹੈ ਸਭ ਕੋ ਉੱਪਰ ਸੱਚ ਆਚਾਰ, ਵੀ ਉਹ ਸਿਧਾਂਤ ਜਿਹੜਾ ਆ ਵੀ ਉਹ ਲਾਗੂ ਕਰਨਾ ਅਤੇ ਆਪਣੇ ਹਰੇਕ ਸਿੱਖ ਆਪਣੇ ਪਰਸਨਲ ਜੀਵਨ ਦੇ ਵਿੱਚ ਲਾਗੂ ਕਰੇ ਜੀ, ਅਤੇ ਉਹਨੂੰ ਫਿਰ ਦੁਨੀਆ ਦੇ ਸਾਹਮਣੇ ਉਦਾਹਰਣ ਦੇ ਤੌਰ ਦੇ ਉੱਤੇ ਕਰਨਾ ਪੇਸ਼ ਵੀ ਭਾਈ ਵੀ ਆਹ ਆ ਤਰੀਕਾ ਜੀਵਨ ਜੀਣ ਦਾ ਜੀ। ਉਹ ਔਖਾ ਜ਼ਰੂਰ ਹੋ ਜਾਂਦਾ, ਪਰ ਉਹ ਇਹ ਆ ਵੀ ਇੱਕ ਤਰ੍ਹਾਂ ਨਾਲ ਕਹੋ ਵੀ ਇੰਪੋਸੀਬਲ ਨਹੀਂ ਹੁੰਦਾ। ਬਿਲਕੁਲ। ਸੋ ਉਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਧਿਆਨ 'ਚ ਰੱਖਦੇ ਹਾਂ, ਅਤੇ ਇਹ ਕਿਤਾਬ ਜਿਹੜੀ ਆ ਵੀ ਇਹ ਹਰੇਕ ਸਿੱਖ ਲਈ ਪੜ੍ਹਨੀ ਜਿਹੜੀ ਆ ਵੀ ਉਹ ਤਾਂ ਕਰਕੇ ਵੀ ਬਹੁਤ ਜ਼ਰੂਰੀ ਹੋ ਜਾਂਦੀ ਆ। ਸਹੀ ਗੱਲ ਹੈ। ਅਤੇ ਆਪਾਂ ਅੱਗੇ ਜਿਹੜਾ ਚੈਪਟਰ 3 ਆ ਵੀ ਅੱਜ ਉਹ ਖ਼ਤਮ ਕਰੀਏ ਜੀ। ਵੀ ਆਪਾਂ ਇੱਥੇ ਮੁਕਾਇਆ ਸੀਗਾ ਵੀ ਉਹ ਜਿਹੜਾ ਫਰਨਾਂਡੇਜ਼ ਹੈਗਾ, ਜਿਹੜਾ ਪੁਲਿਸ ਦਾ ਐਥਨਿਕ ਪੁਲਿਸਿੰਗ ਦੇ ਪਾਸੇ ਆਫਿਸਰ ਸੀਗਾ, ਵੀ ਜਿਹਨੇ ਫਿਰ ਆ ਕੇ ਅਤੇ ਜਿਹੜੀ ਸਿਕਿਉਰਿਟੀ ਸਰਵਿਸ ਸੀਗੀ ਵੀ ਉਹਨੂੰ ਰਿਪੋਰਟ ਦਿੱਤੀ ਸਾਰੀ ਵੀ ਕੀ ਕੁਛ ਹੋਇਆ, ਵੀ ਉਹ ਜਿਹੜਾ ਮੁਜ਼ਾਹਰਾ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਹੋਇਆ ਸੀ ਆਟਵਾ ਦੇ ਵਿੱਚ। ਅਤੇ ਉਹਦੇ ਵਿੱਚ ਇੱਕ ਇਹ ਵੀ ਧੰਨਵਾਦ ਕਰਦੀ ਆ ਆਪਣਾ ਵੀਰ ਜਿਹੜੇ ਨੇ ਇੱਧਰੋਂ ਕੈਨੇਡਾ ਤੋਂ ਰਾਣਾ ਪਰਮਜੋਤ, ਵੀ ਉਹਨਾਂ ਨੇ ਜ਼ਰੂਰ ਇਹ ਪੁਆਇੰਟ ਆਊਟ ਕੀਤਾ ਹੈਗਾ ਵੀ ਜਦੋਂ ਆਪਾਂ ਕਹਿੰਦੇ ਹਾਂ ਵੀ ਇਹ ਜਿਹੜੀ ਰਾਜਧਾਨੀ ਆ ਕੈਨੇਡਾ ਦੀ ਉਹ ਆਟਵਾ ਕਰਕੇ ਅਤੇ ਉਹਦਾ ਪ੍ਰੋਨਾਂਸੀਏਸ਼ਨ ਹੈਗਾ, ਅਤੇ ਮੈਂ ਸ਼ਾਇਦ ਅਟਾਵਾ ਕਹਿ ਦਿੱਤਾ ਹੈਗਾ, ਅਤੇ ਉਹ ਵੀ ਭਾਈ ਦੱਸ ਦਈਏ ਵੀ ਚੰਡੀਗੜ੍ਹ ਦੇ ਵਿੱਚ ਅਟਾਵਾ ਚੌਂਕ ਹੈਗਾ ਆ, ਅਤੇ ਉਹ ਪੰਜਾਬੀ ਬੋਲਦਿਆਂ ਵੀ ਅਕਸਰ ਹੀ ਵੈਸੇ ਜਿਹੜੇ ਬਹੁਤੇ ਪੰਜਾਬੀ ਮੈਂ ਸੁਣੇ ਆ ਉਹ ਇਹ ਆਟਵਾ ਨੂੰ ਵੀ ਅਟਾਵਾ ਹੀ ਕਹਿੰਦੇ ਹੁੰਦੇ ਆ, ਅਤੇ ਇੱਕ ਤਰ੍ਹਾਂ ਨਾਲ ਕਹੋ ਵੀ ਪੰਜਾਬੀ ਨਾਂ ਇਹਦਾ ਜਿਹੜਾ ਕੈਨੇਡਾ ਦੀ ਰਾਜਧਾਨੀ ਦਾ ਵੀ ਅਸੀਂ ਅਟਾਵਾ ਹੀ ਰੱਖ ਲਿਆ ਆ। ਅਤੇ ਦੂਜਾ ਇਹ ਵੀ ਆ ਵੀ ਜਿਹੜੀ ਚੰਡੀਗੜ੍ਹ ਦੇ ਵਿੱਚ ਟਾਈਮ ਕੱਟਿਆ ਹੋਇਆ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਅਟਾਵਾ ਜਿਹੜਾ ਆ ਵੀ ਉਹ ਮੂੰਹ ਦੇ ਵਿੱਚ ਆ ਹੀ ਜਾਂਦਾ। ਅਤੇ ਬਿਲਕੁਲ ਜੀ ਇਹਦਾ ਜਿਹੜਾ ਸਹੀ ਪ੍ਰੋਨਾਂਸੀਏਸ਼ਨ ਆ ਉਹ ਆਟਵਾ ਆ, ਅਤੇ ਇਹ ਰਾਜਧਾਨੀ ਹੈ ਕੈਨੇਡਾ ਦੀ। ਅਤੇ ਉਹਦਾ ਸਾਰਾ ਜੋ ਕੁਛ ਹੈਗਾ ਵੀ ਆਪਾਂ ਆਖਰੀ ਪੈਰਾ ਜਿਹੜਾ ਪੜ੍ਹਿਆ ਸੀ ਵੀ ਫਰਨਾਂਡੇਜ਼ ਐਂਡ ਹਿਜ਼ ਪਾਰਟਨਰ ਵਰ ਰਿਲੀਵਡ ਵੈਨ ਕ੍ਰੈਬ, ਜਿਹੜਾ ਉਹ ਦੂਜਾ ਅਫਸਰ ਸੀਗਾ ਸਿਕਿਉਰਿਟੀ ਸਰਵਿਸ ਦਾ, ਸੈਡ ਹੀ ਵੁੱਡ ਰੈਕਮੈਂਡ ਟੂ ਹੈਡਕੁਆਟਰਸ ਇਨ ਆਟਵਾ that a security investigation be launched into the activities of the consulate in Toronto, ਵੀ ਯਾਨੀ ਕਿ ਜਿਹੜਾ ਭਾਰਤੀ ਦੂਤਾਵਾਸ ਆ ਕੈਨੇਡਾ ਦੇ ਵਿੱਚ ਵੀ ਉਹਦੀਆਂ ਹਰਕਤਾਂ ਦੀ ਤਹਿਕੀਕਾਤ ਕੀਤੀ ਜਾਵੇ ਜੀ। They left the old vision offices with assurances that the security service would be calling on them for additional information and assistance, ਵੀ ਉਹਨਾਂ ਨੂੰ ਇਹ ਤਸੱਲੀ ਦਿੱਤੀ ਗਈ ਵੀ ਜਦੋਂ ਲੋੜ ਪਈ ਤਾਂ ਅਸੀਂ ਤੁਹਾਨੂੰ ਵੀ ਦੁਬਾਰਾ ਤੋਂ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ। ਇਟ ਵਾਜ਼ ਦਾ ਲਾਸਟ ਕੰਟੈਕਟ ਦੇ ਹੈਡ ਵਿਦ ਦਾ ਸਿਕਿਉਰਿਟੀ ਸਰਵਿਸ ਔਨ ਦਾ ਇਸ਼ੂ, ਪਰ ਹਕੀਕਤ ਇਹ ਨਿਕਲੀ ਵੀ ਉਹ ਤੋਂ ਬਾਅਦ ਕਿਸੇ ਨੇ ਵੀ ਉਹਨਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ, ਉਹ ਕੰਟੈਕਟ ਹੀ ਨਹੀਂ ਕੀਤਾ। ਅੱਗੇ ਹੁਣ ਪੜ੍ਹਦੇ ਹਾਂ ਜੀ ਵੀ ਦੀ RCMP, ਜਿਹੜਾ RCMP ਜਦੋਂ ਹੈਗਾ ਜੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ। The RCMP did not ignore just the information from the 2 Metro Police constables. The force also failed to listen to warnings from a senior intelligence officer within the security service who had worries about the possibility of Sikh unrest in Canada. So ਕਹਿੰਦਾ ਵੀ RCMP ਨੇ ਨਾ ਸਿਰਫ ਵੀ ਜਿਹੜੇ ਇਹ 2 ਕਾਂਸਟੇਬਲ ਸੀਗੇ ਵੀ ਇਹਨਾਂ ਦੀ ਜਿਹੜੀ ਸਾਰੀ ਰਿਪੋਰਟ ਸੀਗੀ ਵੀ ਉਹ ਇਗਨੋਰ ਕਰ ਦਿੱਤੀ, ਬਲਕਿ ਇੱਕ ਹੋਰ ਸੀਗਾ ਸੀਨੀਅਰ ਇੰਟੈਲੀਜੈਂਸ ਆਫਿਸਰ ਵੀ ਜਿਹਨੂੰ ਖਦਸ਼ਾ ਸੀਗਾ ਜੀ ਭਈ ਸਿੱਖਾਂ ਦੇ ਵਿੱਚ ਵੀ ਹਿੰਸਾ ਜਿਹੜੀ ਆ ਵੀ ਇਹ ਕੈਨੇਡਾ ਦੇ ਸਿੱਖਾਂ ਦੇ ਵਿੱਚ ਫੈਲਣੀ ਆ, ਉਹਨੂੰ ਵੀ ਇਗਨੋਰ ਕਰ ਦਿੱਤਾ ਉਹਨਾਂ ਨੇ। ਸੋ ਉਹ ਫਿਰ ਉਹਨੂੰ ਅੱਗੇ ਇਹ ਐਕਸਪਲੇਨ ਕਰਨ ਲੱਗਿਆ ਰਾਈਟਰ ਜਿਹੜੇ ਨੇ ਵੀ ਇਹ ਵੀ ਕਿਉਂ ਇਹ ਭਾਣਾ ਵਰਤਿਆ, ਕਿਉਂ ਇਗਨੋਰ ਕੀਤਾ ਗਿਆ ਅਤੇ ਕੀ ਕਾਰਨ ਸੀਗੇ ਅਤੇ ਕਿੱਦਾਂ ਮਤਲਬ ਵੀ ਇਹ ਸਾਰਾ ਕੁਛ ਜਿਹੜਾ ਵੀ ਉਹ ਹੋਇਆ। Unknown to the far-sighted pair of ethnic squad officers, the topic of Sikh unrest would be raised at a regular meeting of security service strategists. ਉਹ ਕਹਿੰਦਾ ਵੀ ਜਿਹਨਾਂ ਨੇ ਇਹ 2 ਐਥਨਿਕ ਅਫਸਰ ਫਰਨਾਂਡੇਜ਼ ਅਤੇ ਉਹਦੇ ਨਾਲ ਦਾ ਵੀ ਜੋ ਉਹਨਾਂ ਨੇ ਇਹ ਕਿਹਾ ਸੀਗਾ ਵੀ ਸਾਰਾ ਕੁਝ ਦੇਖਿਆ ਵੀ ਇਹਦੀ ਸੰਭਾਵਨਾ ਹੈਗੀ ਆ ਜੀ, ਅਤੇ ਉਹਨਾਂ ਨੇ ਉਹ ਆ ਕੇ ਰਿਪੋਰਟ ਕੀਤਾ ਵੀ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਵੀ ਜਿਹੜੀ ਸਿਕਿਉਰਿਟੀ ਸਰਵਿਸ ਦੇ ਜਿਹੜੇ ਕਹਿ ਲਓ ਵੀ ਨੀਤੀ ਘਾੜੇ ਸੀਗੇ ਭਈ ਉਹਨਾਂ ਦੀ ਇੱਕ ਮੀਟਿੰਗ ਦੇ ਵਿੱਚ ਵੀ ਜਿਹੜਾ ਸਿੱਖਾਂ ਵਾਲਾ ਮਸਲਾ ਸੀਗਾ ਵੀ ਸਿੱਖਾਂ ਦੇ ਵਿੱਚ ਅਨਰੈਸਟ ਆ ਵੀ ਜਾਂ ਕਹਿ ਲਓ ਭਈ ਹਫੜਾ ਤਫੜੀ ਮਚੀ ਹੋਈ ਆ ਜੀ,
ਵੀ ਉਹਦੀ ਜਿਹੜੀ ਆ ਵੀ ਉਹ ਡਿਸਕਸ਼ਨ ਹੋਈ। Meetings were gatherings of various section heads responsible for counter subversion, counter espionage, counter intelligence and counter terrorism। ਯਾਨੀ ਕਿ ਵੀ ਉਹ ਜਿਹੜੀਆਂ ਸਾਰੀਆਂ ਵੱਖ-ਵੱਖ ਜਿਹੜੇ ਵਿਭਾਗ ਸੀਗੇ ਸਿਕਿਉਰਿਟੀ ਸਰਵਿਸ ਦੇ, ਇੰਟੈਲੀਜੈਂਸ ਦੇ, ਵੀ ਉਹਨਾਂ ਦੇ ਜਿਹੜੇ ਹੈੱਡ ਸੀਗੇ ਵੀ ਉਹਨਾਂ ਦੀ ਮੀਟਿੰਗ ਹੋਈ ਅਤੇ ਉਹਦੇ ਵਿੱਚ ਇਹ ਡਿਸਕਸ ਕੀਤਾ ਗਿਆ। In addition to reviewing the work of each section, they discussed future projects। ਸੋ ਹੁਣ ਇੱਕ ਤਾਂ ਇਹ ਵੀ ਉਹ ਆਪਣੀ ਜਿਹੜੀ ਕੰਮ ਚੱਲਦਾ ਹੁੰਦਾ ਸੀ ਉਹ ਇੱਕ ਦੂਜੇ ਨੂੰ ਦੱਸਦੇ ਸੀ ਵੀ ਕਾਊਂਟਰ ਇੰਟੈਲੀਜੈਂਸ ਦੇ ਵਿੱਚ ਆਹ ਚੱਲ ਰਿਹਾ ਆ, ਕਾਊਂਟਰ ਸਬਵਰਸ਼ਨ 'ਚ ਆਹ ਚੱਲ ਰਿਹਾ, ਕਾਊਂਟਰ ਟੈਰਰਿਜ਼ਮ ਦੇ ਵਿੱਚ ਆਹ ਚੱਲ ਰਿਹਾ। ਅਤੇ ਉਹ ਤੋਂ ਇਲਾਵਾ ਭਈ ਫਿਊਚਰ ਦੇ ਵਿੱਚ ਵੀ ਉਹ ਕੀ ਵੇਖਦੇ ਆ ਵੀ ਕਿੱਧਰ ਨੂੰ ਲੋੜ ਪਊਗੀ ਰਿਸੋਰਸਿਸ ਦੀ ਜਾਂ ਕਿੱਧਰ ਨੂੰ ਧਿਆਨ ਦੇਣਾ ਪੈਣਾ। Among the men present at these meetings was Pat Olson, a seasoned security service agent। ਸੋ ਇਹ ਆ ਜੀ ਪੈਟ ਓਲਸਨ ਵੀ ਜਿਹੜਾ ਵੀ ਇੱਕ ਸੀਨੀਅਰ ਇੰਟੈਲੀਜੈਂਸ ਦਾ ਅਫਸਰ ਸੀ ਕੈਨੇਡਾ ਦਾ। Olson recalled at one meeting in 1983, a senior officer raised the issue of Punjab situation। ਅਤੇ ਓਲਸਨ ਨੇ ਇਹਨਾਂ ਜਿਹੜੇ ਲਿਖਾਰੀ ਨੇ ਵੀ ਉਹਨਾਂ ਦੇ ਨਾਲ ਗੱਲ ਕੀਤੀ ਅਤੇ ਉਹ ਕਹਿੰਦਾ ਵੀ ਉਹਨੂੰ ਚੇਤੇ ਸੀਗਾ ਵੀ 1983 ਦੇ ਵਿੱਚ ਇੱਕ ਮੀਟਿੰਗ ਹੋਈ ਸੀ ਵੀ ਜਿਹਦੇ ਵਿੱਚ ਵੀ ਇੱਕ ਸੀਨੀਅਰ ਅਫਸਰ ਜਿਹੜਾ ਆ ਉਹਨੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹੋਏ ਸੀ ਉਸ ਵੇਲੇ 1983 'ਚ ਜੀ ਵੀ ਉਹਦੇ ਬਾਰੇ ਵੀ ਉਹਨੂੰ ਏਜੰਡੇ ਦੇ ਉੱਤੇ ਰੱਖ ਕੇ ਅਤੇ ਗੱਲਬਾਤ ਜਿਹੜੀ ਵੀ ਉਹ ਕੀਤੀ। The officer had been reading about ways the Indian government instigated violence between the majority Hindus and the minorities, especially the Sikhs। ਅਤੇ ਉਹ ਅਫਸਰ ਜਿਹੜਾ ਆ ਵੀ ਉਹ ਇਸ ਚੀਜ਼ ਬਾਰੇ ਜਿਹੜੀ ਰਿਸਰਚ ਆ ਜਾਂ ਕਹਿ ਲਓ ਵੀ ਲਿਖਤਾਂ ਜਿਹੜੀਆਂ ਵੀ ਉਹ ਪੜ੍ਹ ਰਿਹਾ ਸੀਗਾ ਵੀ ਕਿਵੇਂ ਜਿਹੜੀ ਇੰਡੀਆ ਦੀ ਸਰਕਾਰ ਆ ਭਈ ਉਹ ਉਕਸਾ ਰਹੀ ਆ ਵੀ ਹਿੰਦੂਆਂ ਨੂੰ ਅਤੇ ਜਿਹੜੀਆਂ ਘੱਟ ਗਿਣਤੀਆਂ ਨੇ ਭਈ ਉਹਨਾਂ ਨੂੰ ਆਪਸ ਦੇ ਵਿੱਚ ਲੜਾ ਰਹੀ ਆ ਉਕਸਾ ਕੇ ਜੀ। ਅਤੇ ਉਹ ਆਪਾਂ ਅੱਜ ਵੀ ਵੇਖਦੇ ਹਾਂ ਵੀ ਜਿਹੜਾ ਹੁਣ ਇਹ ਕਾਂਡ ਹੋਇਆ ਆਸਟ੍ਰੇਲੀਆ ਦੇ ਵਿੱਚ ਭਈ ਜਿੱਥੇ ਭਈ ਹਿੰਦੂ ਜਿਹੜੇ ਆ ਕੱਟੜਪੰਥੀ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕੀਤਾ ਇੱਕ ਪਾਰਕ ਦੇ ਵਿੱਚ ਅਤੇ ਉਹ ਤੋਂ ਬਾਅਦ ਅਰੈਸਟ ਵੀ ਹੋਏ ਉਹ ਅਤੇ ਚਾਰਜ ਵੀ ਲੱਗੇ ਆ ਉਹਨਾਂ 'ਤੇ। ਅਤੇ ਜਿਹੜੇ ਹਿੰਦੂ ਨੇ ਉੱਥੇ ਆਸਟ੍ਰੇਲੀਆ ਦੇ ਵਿੱਚ ਕਹਿ ਲਓ ਵੀ ਜਿਹੜੇ ਹਿੰਦੂ ਕੌਮ ਦੇ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਵੀ ਉਹ ਹੁਣ ਇੰਡੀਅਨ ਸਰਕਾਰ ਨੂੰ ਪਟੀਸ਼ਨਾਂ ਪਾਉਂਦੇ ਪਏ ਆ ਭਈ ਇਹ ਵੀ ਇੱਥੋਂ ਭੇਜਣ ਤੋਂ ਪਹਿਲਾਂ ਯਾਨੀ ਕਿ ਇੰਡੀਆ ਤੋਂ ਬਾਹਰ ਆਉਣ ਤੋਂ ਪਹਿਲਾਂ ਭਈ ਜਿਹੜੇ ਹਿੰਦੂ ਆ ਖਾਸ ਤੌਰ 'ਤੇ ਸਟੂਡੈਂਟ ਵਗੈਰਾ ਜਾਂ ਜਿਹੜੇ ਵਰਕ ਵੀਜ਼ਿਆਂ 'ਤੇ ਆਉਂਦੇ ਆ ਭਈ ਉਹਨਾਂ ਨੂੰ ਇੱਕ ਓਰੀਐਂਟੇਸ਼ਨ ਦਾ ਕੋਰਸ ਜਿਹੜਾ ਵੀ ਉਹ ਕਰਵਾਇਆ ਜਾਵੇ ਵੀ ਤੁਸੀਂ ਕੀ ਬਾਹਰ ਆ ਕੇ ਕਰਨਾ ਅਤੇ ਕੀ ਨਹੀਂ ਕਰਨਾ। ਠੀਕ ਹੈ ਜੀ। ਹੁਣ ਗੱਲ ਤਾਂ ਇਹ ਆ ਭਈ ਜਦੋਂ ਏਜੰਸੀਆਂ ਵਾਲੇ ਅਤੇ ਹੋਰ ਸਾਰੇ ਆਪ ਉਕਸਾਉਂਦੇ ਆ ਉਹਨਾਂ ਨੂੰ ਬਿਲਕੁਲ ਸੋ ਉਹਦੇ ਫਿਰ ਇਹਦਾ ਮਤਲਬ ਵੀ ਤੁਸੀਂ ਐਕਚੁਅਲੀ ਇਹ ਕਹਿ ਰਹੇ ਆ ਵੀ ਤੁਸੀਂ ਜਿਹੜੇ ਇਹ ਬੰਦੇ ਆ ਵੀ ਜਿਹਨਾਂ ਨੂੰ ਤੁਸੀਂ ਵਰਤਣਾ ਵੀ ਉਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਸਿਖਾ ਕੇ ਭੇਜੋ ਭਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਦੋਂ ਤੁਸੀਂ ਕੁੱਤਪੁਣੇ ਕਰਨੇ। ਬਿਲਕੁਲ ਸੋ ਇਹ ਕਹਾਣੀ ਆ ਅਸਲ। ਸੋ ਉਹੀ ਚੀਜ਼ ਜਿਹੜੀ ਆ ਵੀ ਉਹ ਇੱਥੇ 1983 ਦੇ ਵਿੱਚ ਰੈਫਰ ਕੀਤੀ ਜਾ ਰਹੀ ਆ ਵੀ ਜਿਹੜਾ ਸੀਨੀਅਰ ਆਫਿਸਰ ਸੀਗਾ ਵੀ ਉਹਨੇ ਵੀ ਇਹ ਕਿਹਾ ਫਿਰ ਵੀ ਹੀ ਆਊਟਲਾਈਨਡ ਹਿਜ਼ ਰਿਸਰਚ into the strategy used by the Indian government to destabilize minority populations, provoke them into violence and then crack down on them। ਸੋ ਮਤਲਬ ਵੀ ਉਹਦੀ ਜਿਹੜੀ ਰਿਸਰਚ ਹੀ ਸਾਰੀ ਉਹਨੇ ਕੀਤੀ ਭਈ ਕਿਹੜੇ ਤੌਰ ਤਰੀਕੇ ਜਿਹੜੇ ਆ ਵੀ ਉਹ ਭਾਰਤੀ ਸਰਕਾਰ ਵਰਤਦੀ ਆ ਅਤੇ ਉਹਦੇ ਵਿੱਚ ਉਹ ਕਹਿੰਦਾ ਹੈਗਾ ਵੀ ਇਹ ਵੀ ਉਹਨਾਂ ਨੇ ਕੀ ਕਰਨਾ ਵੀ ਪਹਿਲਾਂ ਤਾਂ ਵੀ ਜਿਹੜੀਆਂ ਘੱਟ ਗਿਣਤੀਆਂ ਆ ਵੀ ਉਹਨਾਂ ਦੀ ਕੋਈ ਵੀ ਆਬਾਦੀ ਜਿਹੜੀ ਆ ਵੀ ਉਹਦੇ ਵਿੱਚ ਕੋਈ ਨਾ ਕੋਈ ਜਿਹੜਾ ਐਸਾ ਕੰਮ ਕਰਾ ਦੇਣਾ ਵੀ ਜਿਹਦੇ ਨਾਲ ਉਹ ਹਫੜਾ ਤਫੜੀ ਜਿਹੀ ਮੱਚ ਜਾਵੇ ਜਾਂ ਅਨਸਟੇਬਲ ਜਾਂ ਇਨਸਿਕਿਉਰ ਫੀਲ ਕਰਨ ਲੱਗ ਪਏ ਭਈ ਉਹਨਾਂ ਨੂੰ ਭਈ ਜਿੱਥੇ ਕਹਿ ਲਓ ਭਈ ਅਗਲੇ 4-5 ਦਹਾਕਿਆਂ ਤੋਂ ਰਹਿ ਰਹੇ ਹੋਣ ਜਾਂ 2-3 ਪੁਸ਼ਤਾਂ ਤੋਂ ਰਹਿ ਰਹੇ ਹੋਣ ਉੱਥੇ ਹੀ ਅਗਲਾ ਜਿਹੜਾ ਉਹ ਇਨਸਿਕਿਉਰ ਜਿਹਾ ਫੀਲ ਕਰਨ ਲੱਗ ਪਏ ਇੱਥੇ ਤਾਂ ਭਾਈ ਵੀ ਪਤਾ ਨਹੀਂ ਵੀ ਕੱਲ੍ਹ ਨੂੰ ਕੀ ਹੋ ਜਾਣਾ ਜੀ। ਔਰ ਉਹ ਗੱਲ ਜਿਹੜੀ ਆ ਵੀ ਉਹਨੂੰ ਉਸ ਕੌਨਟੈਕਸਟ ਦੇ ਵਿੱਚ ਰੱਖ ਕੇ ਚੱਲੋ ਭਈ 83 ਦੇ ਵਿੱਚ 47 ਹੋਇਆ ਅਜੇ ਕਿੰਨੇ ਸਾਲ ਹੋਏ 47 ਤੋਂ 40 ਸਾਲ ਦੇ ਵਿੱਚ 87 ਬਣਦਾ ਸੋ ਮਤਲਬ 35 ਸਾਲ ਅਜੇ ਜਿਹੜੇ ਆ ਵੀ ਸਿਰਫ ਉਹ ਹੋਏ ਸੀਗੇ ਯਾਨੀ ਕਿ ਉਹ ਜਨਰੇਸ਼ਨ ਅਜੇ ਜੀਂਦੀ ਸੀਗੀ ਜਿਹਨੇ 47 ਹੰਡਾਇਆ ਸੀ ਅਤੇ ਉਹਨਾਂ ਨੂੰ ਜਦੋਂ ਭਈ ਇਸ ਹਿਸਾਬ ਨਾਲ ਇਨਸਿਕਿਉਰ ਕਰ ਦਿੱਤਾ ਜਾਵੇ ਅਤੇ ਉਹਨਾਂ ਕੋਲ ਦੋ ਹੀ ਚਾਰੇ ਹੋਣੇ ਸੀਗੇ ਵੀ ਜਾਂ ਤਾਂ ਇਹ ਭਈ ਹਥਿਆਰ ਚੱਕ ਕੇ ਆਪਣੀ ਰੱਖਿਆ ਕਰਨ ਭਈ ਦੁਬਾਰਾ 47 ਵਾਲਾ ਜਿੱਦਾਂ ਵੀ ਕਹਿ ਲਓ ਵੀ ਸੁੱਤੇ ਪਈ ਫੜੇ ਗਏ ਉਹ ਨਾ ਹੋਵੇ
ਤੇ ਜਾਂ ਫਿਰ ਇਹ ਆ ਵੀ ਉੱਥੋਂ ਛੱਡ ਕੇ ਤੇ ਪੰਜਾਬ ਨੂੰ ਤੇ ਇੰਡੀਆ ਨੂੰ ਛੱਡ ਕੇ ਤੇ ਬਾਹਰ ਵਾਲੇ ਪਾਸੇ ਹੁਣ ਨਿਕਲਣ ਦੀ ਕੋਸ਼ਿਸ਼ ਕਰਨ। ਤੇ ਫਿਰ ਉਹ ਕਹਿੰਦਾ ਵੀ ਇਹ ਵੀ ਪਹਿਲਾਂ ਡੀਸਟੈਬਲਾਈਜ਼ ਕਰਦੇ ਸੀ ਉਹ ਘੱਟ ਗਿਣਤੀਆਂ ਦੀ ਪਾਪੂਲੇਸ਼ਨ ਨੂੰ, ਫਿਰ ਉਹਨਾਂ ਨੂੰ ਪ੍ਰਵੋਕ ਕਰਦੇ ਸੀ ਵੀ ਜਿੱਦਾਂ ਉਹਨਾਂ ਦੇ ਉੱਤੇ ਵੀ ਕੋਈ ਹਮਲਾ ਕਰਵਾ ਦਿੱਤਾ ਜਾਂ ਗਾਲਾਂ ਕਢਾਤੀਆਂ ਜਾਂ ਕੁਛ ਹੋਰ, ਜਿੱਦਾਂ ਅੱਖ ਅਪਗ੍ਰੇਡ ਜੋ ਕਰਦੇ ਅੱਜ ਕੱਲ੍ਹ, ਤੇ ਉਹਨਾਂ ਦੇ ਧਰਮ ਦੇ ਜਿਹੜੇ ਰਹਿਬਰ ਉਹਨਾਂ ਦਾ ਨਿਰਾਦਰ ਕਰਤਾ, ਇਨਸਲਟ ਕੀਤੀ ਉਹਨਾਂ ਦੀ ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹੀ ਜਿਹੜੀ ਪਲੇ ਬੁੱਕ ਆ ਨਾ ਜੀ ਭਈ ਏਜੰਸੀਆਂ ਦੀ, ਇਹ ਸਾਰੇ ਉਹਨਾਂ ਦੇ ਹੱਥ ਕੰਡੇ ਆ। ਤੇ ਫਿਰ ਕਿਉਂਕਿ ਉਹਨਾਂ ਨੂੰ ਪ੍ਰਵੋਕ ਕੀਤਾ ਜਾਊਗਾ, ਉਹ ਫਿਰ ਹਿੰਸਾ ਕਰੂਗੇ। ਤੇ ਜਦੋਂ ਹਿੰਸਾ ਉਹਨਾਂ ਨੇ ਕੀਤੀ ਤੇ ਫਿਰ ਉਹ ਹਿੰਸਾ ਨੂੰ ਠੱਪਣ ਦੇ ਜਾਂ ਨਜਿੱਠਣ ਲਈ ਫਿਰ ਉਹਨਾਂ ਦੇ ਉੱਤੇ ਉਹ ਕਰੈਕਡਾਊਨ ਜਿਹੜਾ ਪੁਲਿਸ ਦਾ ਆ ਤੇ ਏਜੰਸੀਆਂ ਦਾ ਸਾਰਾ ਵੀ ਉਹ ਫਿਰ ਉਹ ਜਾਣਾ ਸ਼ੁਰੂ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਇੱਕ ਪੈਂਤਰਾ ਜਿਹੜਾ ਵੀ ਉਹਨੇ ਸਮਝਾਇਆ ਵੀ ਆਪਣੇ ਨਾਲ ਦਿਆਂ ਨੂੰ, ਹੋਰਾਂ ਨੂੰ ਜੀ। Given that Canada had a sizable number of these Indian minorities and a sizable number of Hindus, he asked, would it not be logical to assume that there was a potential for conflict between the groups in Canada over political issues in India? ਜੀ। ਸੋ ਉਹਨੇ ਫਿਰ ਇਹ ਸਵਾਲ ਕੀਤਾ ਵੀ ਕਿਉਂਕਿ ਜਿਹੜੀਆਂ ਭਾਰਤੀ ਘੱਟ ਗਿਣਤੀਆਂ ਆ ਵੀ ਉਹਨਾਂ ਦੀਆਂ ਵੀ ਪਾਪੂਲੇਸ਼ਨ ਇੱਥੇ ਕੈਨੇਡਾ ਦੇ ਵਿੱਚ ਵੀ ਹੈਗੀ ਆ ਗਿਣਤੀ, ਤੇ ਜਿਹੜੇ ਹਿੰਦੂ ਨੇ ਉਹਨਾਂ ਦੀ ਗਿਣਤੀ ਵੀ ਕੈਨੇਡਾ 'ਚ ਹੈਗੀ ਆ। ਤੇ ਉਹ ਕਹਿੰਦਾ ਵੀ ਇਹਦੀ ਸੰਭਾਵਨਾ ਹੈਗੀ ਆ ਵੀ ਜਿਹੜੀਆਂ ਇਹ ਜੋ ਸਿਆਸੀ ਤੌਰ ਦੇ ਉੱਤੇ ਇੰਡੀਆ 'ਚ ਹੋ ਰਿਹਾ ਵੀ ਉਹਦੇ ਕਰਕੇ ਵੀ ਇੱਥੇ ਵੀ ਲੜਾਈਆਂ ਹੋਣ ਜੀ। ਹੁਣ ਆਪਾਂ ਵੇਖਦੇ ਹਾਂ ਵੀ ਜਿੰਨੀ ਦੇਰ ਤੱਕ ਤੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਮੁਜ਼ਾਹਰੇ ਹੋ ਰਹੇ ਸੀ ਜੀ, ਉਨੀ ਦੇਰ ਤੱਕ ਕੋਈ ਪ੍ਰੋਟੈਸਟ, ਦੂਸਰਾ ਕੋਈ ਕਹਿ ਲਓ ਵੀ ਹਿੰਸਾ ਨਹੀਂ ਹੋਈ, ਕੁਛ ਨਹੀਂ ਹੋਇਆ। ਹਿੰਸਾ ਕਿਹਨਾਂ ਨੇ ਸ਼ੁਰੂ ਕੀਤੀ? ਜਿਹੜੇ ਭਾਰਤੀ ਸਰਕਾਰ ਦੇ ਹੱਕ ਦੇ ਵਿੱਚ ਆ ਕੇ ਤੇ ਕਾਊਂਟਰ ਜਿਹੜੇ ਵਿਰੋਧ ਦੇ ਵਿੱਚ ਮੁਜ਼ਾਹਰੇ ਕਰਨ ਲੱਗੇ, ਉਹਨਾਂ ਨੇ ਉਕਸਾਉਣਾ ਸ਼ੁਰੂ ਕੀਤਾ, ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਬਿਲਕੁਲ ਆਹੀ ਪੈਟਰਨ। ਔਰ ਇਹ ਕਿਤਾਬ 1999 ਦੀ ਛਪੀ ਹੈ, ਕੋਈ ਅੱਜ ਦੀ ਨਹੀਂ ਛਪੀ ਹੋਈ ਵੀ ਜਿਹੜਾ ਕੋਈ ਪਿਛਲ ਝਾਤ ਮਾਰ ਕੇ ਤੇ ਉਹ ਕਰ ਰਿਹਾ ਹੋਵੇ। ਇਹ 1999 ਦੀ ਛਪੀ ਆ, ਅੱਜ ਤੋਂ ਕਹਿ ਲਓ ਪਈ 30 ਸਾਲ ਪੁਰਾਣੀ, 32 ਸਾਲ। ਤੇ ਉਹਦਾ ਤੁਸੀਂ ਹਿਸਾਬ ਲਾਓ ਵੀ ਉਸ ਵੇਲੇ ਇਹ ਸਾਰਾ ਕੁਝ ਲਿਖਿਆ ਗਿਆ ਤੇ ਉਹਨੂੰ ਤੁਸੀਂ ਅੱਜ ਦੇ ਜੋ ਹੋ ਰਿਹਾ ਆਲੇ ਦੁਆਲੇ ਉੱਤੇ ਲਾ ਕੇ ਦੇਖ ਲਓ ਤੇ ਤੁਹਾਨੂੰ ਸਭ ਕੁਝ ਪਤਾ ਲੱਗ ਜਾਣਾ ਵੀ ਭਾਰਤੀ ਏਜੰਸੀਆਂ ਦਾ ਹੱਥ ਕਿੱਥੇ ਆ ਜੀ। ਸੋ ਅੱਗੇ ਫਿਰ ਉਹ ਲਿਖਦੇ ਨੇ ਜੀ ਵੀ ਹੀ ਵੰਡਰਡ ਵੈਦਰ ਦੇਅਰ ਵਾਜ਼ ਮੋਰ ਟੂ ਦੀ ਔਸਗੁਡ ਹਾਲ ਸ਼ੂਟਿੰਗਸ ਐਂਡ ਦਾ ਡੈਮੋਨਸਟ੍ਰੇਸ਼ਨ ਵੇਅਰ ਫਰਨਾਂਡਿਸ ਵਾਜ਼ ਸ਼ਾਟ ਦੈਨ ਮੈਟ ਦੀ ਆਈ ਜੀ। ਸੋ ਉਹਨੇ ਇਹ ਸਵਾਲ ਕੀਤਾ ਸੀਗਾ ਜਿਹੜਾ ਸੀਨੀਅਰ ਅਫਸਰ ਸੀਗਾ ਭਈ ਜਿਹੜੀ ਔਸਗੁਡ ਹਾਲ ਵਾਲੀ ਸ਼ੂਟਿੰਗ ਸੀ ਵੀ ਜਿਹਦੇ ਵਿੱਚ ਸਮਰੇ ਨੇ ਉਹ ਜੱਜ ਦੇ ਉੱਤੇ ਗੋਲੀ ਚਲਾਈ ਸੀ ਤੇ 3 ਬੰਦੇ ਮਰ ਗਏ ਸੀ, ਭਈ ਉਹ ਸ਼ੂਟਿੰਗ ਤੇ ਜਿਹੜੀ ਆ ਜਿਹੜਾ ਇੰਡੀਅਨ ਹਾਈ ਕਮਿਸ਼ਨ ਸੀ ਵੀ ਇਹਦੇ ਬਾਹਰ ਜਿਹੜਾ ਮੁਜ਼ਾਹਰਾ ਹੋਇਆ ਤੇ ਉਹਦੇ ਵਿੱਚ ਜਿਹੜੀ ਗੋਲੀ ਚੱਲੀ ਤੇ ਜਿਹਦੇ ਵਿੱਚ ਫਰਨਾਂਡਿਸ ਜਿਹੜਾ ਸੀਗਾ ਪੁਲਿਸ ਵਾਲਾ ਜੀ ਵੀ ਉਹਦੇ ਸਿਰ ਵਿੱਚ ਗੋਲੀ ਵੱਜੀ ਆ ਵੀ ਇਹਦੇ ਵਿੱਚ ਪਿੱਛੇ ਉਹ ਕਹਿੰਦਾ ਵੀ ਹੋਰ ਵੀ ਕੁਛ ਡੂੰਘੀਆਂ ਚਾਲਾਂ ਲੱਗਦੀਆਂ ਨੇ। So the proposed intelligence operation into Canada's East Indian community was vetoed, Olson said. A decision the RCMP and later CSIS would regret. So ਉੱਥੇ ਭਈ ਇਹ ਪ੍ਰਪੋਜ਼ਲ ਜਿਹੜਾ ਉਹਨੇ ਸੀਨੀਅਰ ਅਫਸਰ ਨੇ ਰੱਖਿਆ ਸੀਗਾ ਭਈ ਜਿਹੜੀ ਕੈਨੇਡਾ ਦੀ ਈਸਟ ਇੰਡੀਅਨ ਕਮਿਊਨਿਟੀ ਆ ਵੀ ਇਹਦੇ ਲਈ ਵੀ ਆਪਾਂ ਇੰਟੈਲੀਜੈਂਸ ਗੈਦਰ ਕਰੀਏ ਵੀ ਕੀ ਚੱਲਣ ਦਿਆ ਇਹਦੇ ਅੰਦਰ, ਤੇ ਉਹਨੂੰ ਵੀਟੋ ਕਰ ਦਿੱਤਾ ਗਿਆ। ਵੀ ਕਿਹਨੇ ਕੀਤਾ ਉਹ ਨਹੀਂ ਇੱਥੇ ਲਿਖਦਾ, ਪਰ ਉਹ ਕਹਿੰਦਾ ਵੀ ਇਹ ਜਿਹੜਾ ਇਹ ਡਿਸੀਜਨ ਸੀਗਾ ਫਿਰ ਫੈਸਲਾ ਵੀ ਵੀਟੋ ਕਰਨੇ ਦਾ, ਪਰ ਨਾ ਕੋਈ ਨਾ ਵੀ ਜੋ ਹੁੰਦਾ ਵੀ ਸੀਰੀਅਸ ਨਹੀਂ ਗਾ ਇਹ ਜੀ। ਤੇ ਉਹਨੂੰ ਫਿਰ ਬਾਅਦ ਵਿੱਚੋਂ RCMP ਤੇ CSIS ਜਿਹੜੀ ਆ ਵੀ ਸੈਂਟਰਲ ਜਿਹੜੀ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ, ਉਹਨਾਂ ਦੋਵਾਂ ਨੇ ਫਿਰ ਵੀ ਇਸ ਫੈਸਲੇ ਦੀ ਜਿਹੜੀ ਵੀਟੋ ਕਰਨੇ ਦਾ ਫੈਸਲਾ ਸੀਗਾ ਵੀ ਇਹਦੇ ਉੱਤੇ ਫਿਰ ਆਪਣਾ ਜਿਹੜੀ ਆ ਵੀ ਰਿਗਰੈਟ ਜਿਹੜਾ ਵੀ ਉਹ ਜ਼ਾਹਰ ਕੀਤਾ ਜੀ ਬਾਅਦ ਚੋਂ ਕਈ ਸਾਲਾਂ ਬਾਅਦ। ਦੀ ਔਸਗੁਡ ਹਾਲ ਮਰਡਰਸ ਐਂਡ ਦਾ ਬਲੋਰ ਯੋਂਗ, ਇਹ ਮੈਨੂੰ ਭੁੱਲ ਗਿਆ ਜੀ ਵੀ ਇਹਦਾ ਵੀ ਪ੍ਰੋਨੰਸੀਏਸ਼ਨ ਜਿਹੜਾ ਵੀ ਕੁਛ ਖਾਸ ਜਿਹਾ ਹੀ ਆ ਵੀ ਸ਼ੂਟਿੰਗਸ ਵਰ ਕ੍ਰਿਮੀਨਲ ਕੋਡ ਮੈਟਰਸ ਐਂਡ ਕਲੀਅਰਲੀ ਆਊਟਸਾਈਡ ਦਾ ਜਿਊਰਿਸਡਿਕਸ਼ਨ ਆਫ ਸਿਕਿਉਰਿਟੀ ਸਰਵਿਸ। ਸੋ ਹੁਣ ਉਹ ਕਹਿੰਦਾ ਵੀ ਵੀ ਇੱਕ ਜਿਹੜਾ ਆਈਡੀਆ ਸੀਗਾ ਵੀ ਜਿਹੜੇ ਮਰਡਰ ਆ ਤੇ ਸ਼ੂਟਿੰਗਸ ਆ ਵੀ ਇਹ ਕ੍ਰਿਮੀਨਲ ਕੋਡ ਦੇ ਮੈਟਰ ਨੇ ਵੀ ਵੀ ਇਹਦੇ ਵਿੱਚ ਵੀ ਜਿਹੜੀ ਸਿਕਿਉਰਿਟੀ ਸਰਵਿਸ ਆ ਵੀ ਇਹਨੂੰ ਇਨਵੋਲਵ ਹੋਣੇ ਦੀ ਕੋਈ ਲੋੜ ਨਹੀਂ। ਦੇਅਰ ਵਾਜ਼ ਆਲਸੋ ਦਾ ਕੁਐਸਚਨ ਆਫ ਮੈਨ ਪਾਵਰ। ਹੁਣ ਇਹ ਆਪਾਂ ਅਕਸਰ ਵੈਸੇ ਵੇਖਦੇ ਹੁੰਦੇ ਆ ਵੀ ਇੱਥੇ ਆਉਣ ਤੋਂ ਪਹਿਲਾਂ ਨਿਊਜ਼ੀਲੈਂਡ ਜੀ ਵੀ ਇਹ ਕਦੀ ਨਹੀਂ ਦਿਮਾਗ ਦੇ ਵਿੱਚ ਆਇਆ ਭਈ ਪੁਲਿਸ ਦੀ ਅਣਹੋਂਦ ਵੀ ਹੁੰਦੀ ਆ ਕਿਉਂਕਿ ਪੰਜਾਬ ਦੇ ਵਿੱਚ ਤੇ ਅਸੀਂ ਦੇਖਿਆ ਪੁਲਿਸ ਨੂੰ ਹੀ ਆ ਜੀ ਭਈ ਬਾਅਦ ਜੇ ਪੁਲਿਸ ਨਹੀਂ ਤੇ CRP ਆ ਗਈ, CRP ਜੀ ਘਟਦੀ ਆ ਤੇ ਆਰਮੀ ਸੱਦ ਲੈਂਦੇ ਸੀ ਤੇ ਸਾਰਾ ਕੁਝ ਜਿਹੜਾ ਉਹ ਚੱਲੀ ਜਾਂਦਾ ਸੀ। ਤੇ ਉਰੇ ਜਿਹੜਾ ਆ
ਉਹ ਸਿਸਟਮ ਇੱਦਾਂ ਦੇ ਚੱਲਦੇ ਆ ਵੀ ਹਰੇਕ ਬੰਦਾ ਜਿਹੜਾ ਆ ਵੀ ਉਹ ਇਹ ਨਿਗਾ ਵੀ ਅੱਛਾ ਤੂੰ ਪਹਿਲਾਂ ਬੈਠਾ ਵੀ ਚੱਲ ਆ ਜਾ ਉੱਥੇ ਤੇਰੀ ਲੋੜ ਆ। ਉਹ ਹਰੇਕ ਬੰਦਾ ਜਿਹੜਾ ਆ ਵੀ ਉਹਨੂੰ ਆਲਰੇਡੀ ਡਿਊਟੀਆਂ ਜਿਹੜੀਆਂ ਉਹਦੀਆਂ ਵੱਡੀਆਂ ਹੋਈਆਂ। ਸੋ ਇੱਕ ਪਾਸਿਓਂ ਕੱਢ ਕੇ ਬੰਦੇ ਦੂਜੇ ਪਾਸੇ ਲਾਉਣੇ ਜਿਹੜੇ ਆ ਉਹ ਐਡਾ ਸੌਖਾ ਕੰਮ ਨਹੀਂ ਹੁੰਦਾ। ਸੋ ਤਾਂ ਕਰਕੇ ਉਹ ਲਿਖਦਾ ਵੀ ਦੇਅਰ ਵਾਜ਼ ਆਲਸੋ ਦਾ ਕੁਐਸਚਨ ਆਫ ਮੈਨ ਪਾਵਰ। The security service, in agreement with other friendly services such as the US Central Intelligence Agency CIA and Britain's military intelligence MI5 ਜਿਹੜੀ ਆ ਵੀ ਉਹ ਇੰਟਰਨਲ ਹੁੰਦੀ ਹੈ ਤੇ MI6 ਜਿਹੜੀ ਆ ਉਹ ਐਕਸਟਰਨਲ ਇੰਟੈਲੀਜੈਂਸ ਕਰਦੀ ਹੈ, ਜੀ, directed most of its operations at the supporters of communist East Bloc nations। ਸੋ ਉਸ ਵੇਲੇ ਇਹ ਸੀਗੀ ਕਹਾਣੀ ਭਈ ਜਿੰਨੇ ਵੀ ਰਿਸੋਰਸ ਸੀਗੇ ਇਹਨਾਂ ਮੁਲਕਾਂ ਦੇ ਸਿਕਿਉਰਿਟੀ ਏਜੰਸੀਆਂ ਦੇ ਇੰਟੈਲੀਜੈਂਸ ਏਜੰਸੀਆਂ ਦੇ ਉਹ ਸੋਵੀਅਤ ਯੂਨੀਅਨ ਵਾਲੇ ਪਾਸਿਓਂ ਜਿਹੜੇ ਹਮਲੇ ਹੁੰਦੇ ਸੀ ਜਾਂ ਉਹਨਾਂ ਦੀਆਂ ਜਿਹੜੀਆਂ ਹਰਕਤਾਂ ਸੀ ਉਹਨਾਂ 'ਤੇ ਨਜ਼ਰ ਰੱਖਣੇ ਦੇ ਵਿੱਚ ਲੱਗੇ ਹੋਏ। ਤੇ ਜਦੋਂ ਆਪਾਂ ਅੱਜ ਵੇਖਦੇ ਹਾਂ ਅੱਜ ਉਹੀ ਕੰਮ ਜਿਹੜਾ ਆ ਵੀ 9/11 ਤੋਂ ਬਾਅਦ ਵੀ ਉਹ ਮੁਸਲਮਾਨਾਂ ਦੇ ਉੱਤੇ ਕਰ ਦਿੱਤਾ ਗਿਆ, ਜਿਹੜਾ ਹੁਣ ਕ੍ਰਾਈਸਟ ਚਰਚ ਦੇ ਵਿੱਚ ਹੋਇਆ ਜੋ ਵੀ 19 ਦੇ ਵਿੱਚ ਜਿਹੜਾ ਬੰਦੇ ਮਾਰ ਦਿੱਤੇ ਗਏ ਇਹਨੇ ਗੋਲੀਆਂ ਮਾਰ ਕੇ ਕ੍ਰਾਈਸਟ ਚਰਚ ਦੀਆਂ ਮਸੀਤਾਂ ਦੇ ਵਿੱਚ। ਉਹਦਾ ਜਦੋਂ ਰਾਇਲ ਕਮਿਸ਼ਨ ਆਫ ਇਨਕੁਆਇਰੀ ਬੈਠਾ ਆ ਨਿਊਜ਼ੀਲੈਂਡ ਦੇ ਵਿੱਚ ਉਹਦੀ ਰਿਪੋਰਟ ਦੇ ਵਿੱਚ ਆਹੀ ਗੱਲ ਉੱਥੇ ਕਹੀ ਗਈ ਭਈ ਜਦੋਂ ਮੁਸਲਮਾਨ ਜਿਹੜੇ ਆ ਵੀ ਉਹ ਪੁਆਇੰਟ ਆਊਟ ਕਰ ਰਹੇ ਸੀਗੇ ਵੀ ਸਾਨੂੰ ਇੱਦਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਜਾਂ ਸਾਨੂੰ ਇਹਨਾਂ ਬੰਦਿਆਂ ਤੋਂ ਖਤਰਾ ਆ ਜਾਂ ਇਹਨਾਂ ਗਰੁੱਪਾਂ ਤੋਂ ਖਤਰਾ ਆ ਤੇ ਉਹ ਇਗਨੋਰ ਕਰ ਦਿੱਤੀਆਂ ਗਈਆਂ ਕਿਉਂਕਿ ਜਿਹੜੀ ਦੂਸਰੀਆਂ ਪੁਲਿਸ ਵਾਲੀਆਂ ਜਾਂ ਇੰਟੈਲੀਜੈਂਸ ਵਾਲਿਆਂ ਜਿਹੜੇ ਰਿਸੋਰਸ ਸੀਗੇ ਉਹ ਸਾਰੇ ਮੁਸਲਮਾਨਾਂ ਤੋਂ ਖਤਰੇ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੇ ਸੀ ਬਜਾਏ ਇਸ ਚੀਜ਼ ਦੇ ਉੱਤੇ ਵੀ ਮੁਸਲਮਾਨਾਂ ਨੂੰ ਵੀ ਖਤਰਾ। ਸੋ ਉਹ ਚੀਜ਼ ਜਿਹੜੀ ਆ ਵੀ ਉਹ ਹੁਣ ਉਹ ਜਿਹੜੀ ਰਾਇਲ ਕਮਿਸ਼ਨ ਦੀ ਰਿਪੋਰਟ ਆ ਵੀ ਉਹ ਆਉਣ ਤੋਂ ਬਾਅਦ ਵੀ ਉਹਨੂੰ ਬੈਲੈਂਸ ਜਿਹੜਾ ਆ ਵੀ ਉਹ ਕੀਤਾ ਜਾ ਰਿਹਾ ਔਰ ਇਹੀ ਚੀਜ਼ ਇੱਥੇ ਹੋਈ ਆ 83 ਦੇ ਵਿੱਚ। ਉਹ ਕਹਿੰਦੇ ਵੀ ਇਹ ਵੀ ਉਹ ਜਿਹੜੀਆਂ ਏਜੰਸੀਆਂ ਸੀਗੀਆਂ ਉਹ ਕਹਿੰਦੇ ਵੀ ਨਾ ਇੰਡੀਆ ਵਾਲਾ ਜਿਹੜਾ ਰਿਹਾ ਵੀ ਇਹਨਾਂ ਨੂੰ ਕਰ ਲੈਣ ਦਿਓ ਜੋ ਇਹ ਕਰਦੇ ਆ ਵੀ ਸਾਡਾ ਧਿਆਨ ਜਿਹੜਾ ਸਾਰਾ ਵੀ ਉਹ ਸੋਵੀਅਤ ਯੂਨੀਅਨ ਵੱਲੋਂ ਜਿਹੜਾ ਖਤਰਾ ਹੈ ਤੇ ਜੋ ਉਹਨਾਂ ਵੱਲੋਂ ਹਰਕਤਾਂ ਹੋ ਰਹੀਆਂ ਵੀ ਉਹਨਾਂ ਦੇ ਵਿੱਚ ਅਸੀਂ ਬਿਜ਼ੀ ਹਾਂ। ਸੋ ਅੱਗੇ ਫਿਰ ਉਹ ਕਹਿੰਦੇ ਵੀ ਈਵਨ ਇਫ ਦ ਸਿਕਿਉਰਿਟੀ ਸਰਵਿਸ ਵਾਂਟਡ ਟੂ ਬਿਗਿਨ ਐਨ ਇਨਵੈਸਟੀਗੇਸ਼ਨ ਇਨਟੂ ਕੈਨੇਡਾਜ਼ ਈਸਟ ਇੰਡੀਅਨ ਕਮਿਊਨਿਟੀ ਦੇਅਰ ਵਰ ਨਾਟ ਇਨਫ ਬੋਡੀਜ਼ ਟੂ ਟੇਕ ਔਨ ਦ ਪ੍ਰੋਜੈਕਟ। ਯਾਨੀ ਕਿ ਉਹਨਾਂ ਕੋਲੇ ਬੰਦੇ ਹੀ ਹੈ ਨਹੀਂ ਸੀਗੇ ਵੀ ਜੇ ਉਹ ਡਿਸਾਈਡ ਵੀ ਕਰ ਲੈਂਦੇ ਕਿ ਅਸੀਂ ਇਨਵੈਸਟੀਗੇਟ ਕਰਦੇ ਹਾਂ ਇਹਨੂੰ ਫਰਦਰ ਵੀ ਉਹਨਾਂ ਕੋਲ ਬੰਦੇ ਹੈ ਨਹੀਂ। In addition, the security service was unable to infiltrate the community because it did not have any East Indian, Pakistani or Sikh agents। ਹੁਣ ਇਹ ਵੀ ਚੀਜ਼ ਜਿਹੜੀ ਆ ਵੀ ਅੱਜ ਬਦਲੀ ਆ ਕੈਨੇਡਾ ਦੇ ਵਿੱਚ ਭਈ ਉਹਨਾਂ ਦੇ ਕੋਲੇ ਵੀ ਉਸ ਵੇਲੇ ਸਾਰੇ ਗੋਰੇ ਹੀ ਸੀਗੇ ਵੀ ਦੀ RCMP was a closed shop consisting largely of white males। ਯਾਨੀ ਕਿ ਗੋਰੇ ਉਹ ਵੀ ਜਿਹੜੇ ਮੇਲ ਨੇ ਬੰਦੇ, ਜਨਾਨੀਆਂ ਵੀ ਨਹੀਂ ਸੀ ਗੋਰੀਆਂ। ਫਾਈਨਲੀ ਦ ਡਿਪਾਰਟਮੈਂਟ ਆਫ ਐਕਸਟਰਨਲ ਅਫੇਅਰਸ ਕੰਸੀਡਰਡ ਇੰਡੀਆ ਐਨ ਐਲਾਈ ਵਿਦ ਇਮੈਂਸ ਟ੍ਰੇਡ ਪੋਟੈਂਸ਼ੀਅਲ। ਯਾਨੀ ਕਿ ਜਿਹੜਾ ਉਹਨਾਂ ਦੀ ਫੋਰਨ ਮਿਨਿਸਟਰੀ ਸੀ ਕੈਨੇਡਾ ਦੀ ਉਹ ਇੰਡੀਆ ਨੂੰ ਵੀ ਇੱਕ ਭਾਈਵਾਲ ਵਜੋਂ ਦੇਖਦੀ ਸੀ ਵੀ ਇਹ ਸਾਡਾ ਦੋਸਤ ਮਿੱਤਰ ਮੁਲਕ ਆ ਤੇ ਦੂਜਾ ਉਹਨਾਂ ਨੂੰ ਇਹ ਸੀਗਾ ਵੀ ਇਹਦੇ ਨਾਲ ਵੀ ਟ੍ਰੇਡ ਜਿਹੜੀ ਆ ਵੀ ਵਪਾਰ ਦਾ ਬਿਜ਼ਨਸ ਦਾ ਜਿਹੜਾ ਆ ਵੀ ਉਹ ਬਹੁਤ ਪੋਟੈਂਸ਼ੀਅਲ ਹੈਗਾ ਅਸੀਂ ਇਹਨਾਂ ਦੇ ਨਾਲ ਵੀ ਕਈ ਕੁਛ ਇਹਨਾਂ ਤੋਂ ਵੇਚਣਾ ਖਰੀਦਣਾ। An investigation of the East Indian community might have unfortunate diplomatic and commercial results। ਔਰ ਇਹ ਚੀਜ਼ ਆਪਾਂ ਅੱਜ ਵੇਖ ਰਹੇ ਹਾਂ ਅੱਜ ਵੀ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਫੈਸਲੇ ਹੁੰਦੇ ਆ ਉਹ ਇਸ ਚੀਜ਼ ਨੂੰ ਨਜ਼ਰ 'ਚ ਰੱਖ ਕੇ ਹੁੰਦੇ ਆ ਭਈ ਇਹਦਾ ਟ੍ਰੇਡ ਦੇ ਉੱਤੇ ਕੀ ਅਸਰ ਪੈਂਦਾ ਭਈ ਇੰਡੀਆ ਦੇ ਨਾਲ ਜਿਹੜੀ ਅਸੀਂ ਟ੍ਰੇਡ ਕਰਨੀ ਹੈ ਵੀ ਉਹਦੇ ਉੱਤੇ ਚੰਗਾ ਅਸਰ ਪਊਗਾ ਮਾੜਾ ਅਸਰ ਪਊਗਾ। ਉਹਦੇ ਵਿੱਚ ਰਗੜੇ ਜਿਹੜੇ ਆ ਵੀ ਉਹ ਸਾਡੇ ਵਰਗੀਆਂ ਜਿਹੜੀਆਂ ਛੋਟੀਆਂ ਕਮਿਊਨਿਟੀਆਂ ਜਾਂ ਪਾਵਰਲੈਸ ਕਮਿਊਨਿਟੀਆਂ ਜਿਨ੍ਹਾਂ ਦਾ ਆਪਣਾ ਮੁਲਕ ਹੈ ਨਹੀਂ ਗਾ ਜਾਂ ਆਪਣੀ ਕੋਈ ਟ੍ਰੇਡ ਪੋਟੈਂਸ਼ੀਅਲ ਜਿਹੜਾ ਹੈ ਭਈ ਉਹ ਸਾਡੇ ਕੋਲੇ ਇਸ ਵੇਲੇ ਹੈ ਨਹੀਂ। ਸੋ ਉਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਆਪਸ 'ਚ ਜੋੜ ਕੇ ਵੇਖਦੇ ਹਾਂ ਤੇ ਫਿਰ ਇਹ ਵੀ ਗੱਲ ਜਿਹੜੀ ਆ ਵੀ ਉਹ ਸਾਡੇ ਲਈ ਇਨਐਸਕੇਪੇਬਲ ਹੋ ਜਾਂਦੀ ਆ ਵੀ ਅਸੀਂ ਉਹ ਤੋਂ ਨਾ ਨਹੀਂ ਕਰ ਸਕਦੇ ਵੀ ਆਪਣਾ ਮੁਲਕ ਹੋਣਾ ਕਿਉਂ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਜਿਹੜਾ ਦੁਨੀਆ ਦਾ ਸਿਸਟਮ ਬਣਿਆ ਹੋਇਆ ਉਹਦੇ ਵਿੱਚ ਬਿਨਾਂ ਮੁਲਕ ਤੋਂ ਤੁਸੀਂ ਸਰਵਾਈਵ ਹੀ ਨਹੀਂ ਕਰ ਸਕਦੇ, ਤੁਹਾਨੂੰ ਪੁੱਛਦਾ ਹੀ ਕੋਈ ਨਹੀਂ। ਬਿਲਕੁਲ। ਸੋ ਉਹ ਚੀਜ਼ਾਂ ਜਿਹੜੀਆਂ ਭਾਈ ਵੀ ਇਹ ਦਿਮਾਗ ਦੇ ਵਿੱਚ ਰੱਖੋ ਭਈ ਇਹ ਗੱਲ ਠੀਕ ਆ ਭਈ ਜੇ ਇਸ ਚੀਜ਼ ਦੇ ਉੱਤੇ ਬਹਿਸ ਹੋ ਸਕਦੀ ਆ ਭਈ ਜੋ ਟਕਸਾਲੀ ਜਿਹੜੇ ਆ ਵੀ ਉਹ ਜਿਹੋ ਜਿਹਾ ਰੂਪ ਚਿੱਤਰ ਰਹੇ ਆ ਆਪ ਸਿੱਖਾਂ ਦੇ ਆਪਣੇ ਮੁਲਕ ਦਾ ਵੀ ਉਹਦੇ ਉੱਤੇ ਡਿਸਐਗਰੀ ਆਪਾਂ ਕਰ ਸਕਦੇ ਹਾਂ, ਉਹਦੇ ਬਾਰੇ ਆਪਾਂ ਜਿਹੜੇ ਆਲਟਰਨੇਟਿਵ ਆ ਵੀ ਉਹ ਦੇ ਸਕਦੇ ਹਾਂ। ਪਰ ਇਹ ਚੀਜ਼ ਦੇ ਉੱਤੇ ਮੇਰੇ ਹਿਸਾਬ ਨਾਲ ਤੇ ਹੁਣ ਤੇ ਇੱਕ ਮੱਤ ਹੋਣੀ ਚਾਹੀਦੀ ਆ ਵੀ ਆਪਣਾ ਮੁਲਕ ਸਿੱਖਾਂ ਨੂੰ ਚਾਹੀਦਾ ਹੀ ਚਾਹੀਦਾ ਵੀ ਉਹਦੇ ਬਾਰੇ ਦੋ ਰਾਏ ਜਿਹੜੀਆਂ ਆ
ਵੀ ਉਹ ਨਹੀਂ ਇਸ ਵੇਲੇ ਸੰਭਵ, ਕਿਉਂਕਿ ਅਦਰਵਾਈਜ਼ ਤਾਂ ਮਤਲਬ ਅਸੀਂ ਇਹ ਕਹਿ ਰਹੇ ਹਾਂ ਵੀ ਅਸੀਂ ਆਪਣੀ ਕੌਮ ਜਿਹੜੀ ਬਚਾਉਣੀ ਨਹੀਂ, ਵੀ ਉਹ ਜੇ ਮਰਦੀ ਹੈ ਤਾਂ ਮਾਰ ਦਿਓ। ਸੋ ਇਹ ਜਿਹੜਾ ਆ ਵੀ ਸਾਰਾ ਵੀ ਇਹ ਚੀਜ਼ਾਂ ਧਿਆਨ 'ਚ ਰੱਖ ਕੇ ਤੇ ਅਸੀਂ ਇਹ ਜਿਹੜੇ ਸਵਾਲ ਨੇ ਵੀ ਇਹ ਵਿਚਾਰੀਏ, ਨਾਲੇ ਦੁਸ਼ਮਣ ਨੂੰ ਨਾ ਇਹ ਮੌਕਾ ਦਈਏ ਵੀ ਉਹ ਸਾਨੂੰ ਦੱਸੇ ਜੀ ਬਿਲਕੁਲ ਵੀ ਆਪਣੇ ਮੁਲਕ ਦੇ ਕੁਐਸਚਨ ਦੇ ਉੱਤੇ ਵੀ ਸਾਡੀ ਕੀ ਰਾਏ ਹੋਣੀ ਚਾਹੀਦੀ ਹੈ, ਜਾਂ ਸਾਨੂੰ ਕਹੇ ਵੀ ਉਹ ਵੀ ਜੇ ਤੁਸੀਂ ਆਪਣਾ ਮੁਲਕ ਮੰਗਦੇ ਆ ਤੇ ਫਿਰ ਤਾਂ ਤੁਸੀਂ ਇਹ ਭਾਰਤ ਨਾਲ ਦਗਾ ਕਮਾ ਰਹੇ। ਬਿਲਕੁਲ ਨਹੀਂ, ਉਹਦੇ ਵਿੱਚ ਭਾਜੀ ਇੱਕ ਪੁਆਇੰਟ ਜਿਹੜਾ ਤੁਸੀਂ ਗੱਲ ਵੀ ਕੀਤੀ ਕਿ ਟਕਸਾਲੀਆਂ ਨੇ ਜਿਹੜੀ ਰੂਪ ਰੇਖਾ ਤਿਆਰ ਕੀਤੀ ਹੋਈ ਆ, ਹੁਣ ਉਹਨੂੰ ਗਰਾਊਂਡ ਬਣਾ ਕੇ ਮਤਲਬ ਜਿਹੜੇ ਸ਼ੈਤਾਨ ਬੰਦੇ ਆ, ਕਮੀਣੇ ਬੰਦੇ ਆ, ਜੇ ਅਪਗ੍ਰੇਡਾਂ ਦੀ ਵੀ ਆਪਾਂ ਐਗਜ਼ਾਮਪਲ ਲਈਏ, ਉਸ ਚੀਜ਼ ਨੂੰ ਬੇਸ ਬਣਾ ਕੇ ਗਰਾਊਂਡ ਬਣਾ ਕੇ ਫਿਰ ਉਹ ਸਾਰੇ ਹੀ ਕਨਸੈਪਟ ਨੂੰ ਭੰਡਣ ਲੱਗ ਜਾਂਦੇ ਹੈਗੇ। ਬਿਲਕੁਲ ਉਸ ਚੀਜ਼ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈਗੀ ਹੈ, ਕਿਉਂਕਿ ਹਰ ਬੰਦੇ ਨੇ ਆਪਣੇ ਹਿਸਾਬ ਨਾਲ ਇੱਕ ਰੂਪ ਰੇਖਾ ਤਿਆਰ ਕੀਤੀ ਆਪਣੀ ਸੋਚ ਦੇ ਮੁਤਾਬਕ, ਆਪਣੀ ਜਿੰਨੀ ਉਹਨੂੰ ਸਮਝ ਹੈਗੀ ਹੈ, ਲੇਕਿਨ ਜਿਹੜਾ ਕਨਸੈਪਟ ਹੈਗਾ ਉਹ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ। ਨਹੀਂ ਤਾਂ ਜੋ ਹਾਲਾਤ ਸਾਡੇ ਸਿੱਖਾਂ ਦੇ ਹੋ ਰਹੇ ਆ ਵਰਲਡ ਵਾਈਡ ਤੁਸੀਂ ਦੇਖ ਲਓ, ਹੌਲੀ ਆਪਾਂ ਬਹੁਤ ਨਿਗਾਰ ਵੱਲ ਜਾ ਰਹੇ ਹੈਗੇ। ਨਹੀਂ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਉਹਨੂੰ ਬਹਾਨਾ ਬਣਾ ਕੇ ਫਿਰ ਉਹ ਸਾਰੇ ਕਨਸੈਪਟ ਨੂੰ ਕਰਦੇ ਆ ਜੀ, ਉਹ ਆਹ ਹੀ ਆ ਜੋ ਆਪਾਂ ਉੱਪਰ ਪੜ੍ਹ ਕੇ ਆਏ ਆ ਵੀ ਪਹਿਲਾਂ ਉਹ ਪਾਪੂਲੇਸ਼ਨ ਨੂੰ ਡੀਸਟੈਬਲਾਈਜ਼ ਕਰਦੇ ਆ ਵੀ ਜਿੱਦਾਂ ਆਪਸ ਦੇ ਵਿੱਚ ਦੋ ਧੜੇ ਬਣਾਤੇ ਵੀ ਜੇ ਇੱਕ ਟਕਸਾਲੀ ਨੇ ਉਹਨਾਂ ਦੇ ਖਿਲਾਫ ਇੱਕ ਹੋਰ ਬਣਾ ਦਿਓ, ਜਿੱਦਾਂ ਖੱਪਗਰੇਡ ਆ ਉਹ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਆ, ਉਹ ਟਕਸਾਲੀ ਕਹਿੰਦੇ ਆ ਵੀ ਅਸੀਂ ਤਾਂ ਗਾਲਾਂ ਕੱਢਦੇ ਵੀ ਖੱਪਗਰੇਡਾਂ ਨੂੰ ਠੱਲ ਪਾਉਣੇ ਲਈ, ਤੇ ਖੱਪਗਰੇਡ ਜਿਹੜੇ ਆ ਉਹ ਕਹਿੰਦੇ ਅਸੀਂ ਤਾਂ ਗਾਲਾਂ ਕੱਢਦੇ ਵੀ ਟਕਸਾਲੀਆਂ ਨੂੰ ਠੱਲ ਪਾਉਣੇ ਲਈ। ਤੇ ਪਿਸ ਕੌਣ ਰਿਹਾ ਦੋਵਾਂ ਚੱਕਿਆਂ ਦੇ ਵਿੱਚ ਵੀ ਉਹ ਕੌਮ ਜਿਹੜੀ ਵੀ ਉਹ ਪਿਸ ਰਹੀ ਹੈ ਜੀ। ਸੋ ਉਹ ਸਾਰਾ ਕੁਝ ਜਿਹੜਾ ਆ ਉਹ ਸਾਨੂੰ ਬਿਲਕੁਲ ਵੀ ਡੂੰਘਾਈ ਨਾਲ ਵਿਚਾਰਨਾ ਚਾਹੀਦਾ। ਔਰ ਉਹਦੇ ਵਿੱਚ ਇਹ ਵੀ ਧਿਆਨ ਰੱਖੀਏ ਵੀ ਜਿਹੜੀਆਂ ਏਜੰਸੀਆਂ ਨੇ, ਜਿਹੜੇ ਕੌਮ ਵਿਰੁੱਧ ਤਾਕਤਾਂ ਨੇ, ਵੀ ਉਹਨਾਂ ਦੀ ਵਿੱਚ ਇਹਦੇ ਵਿੱਚ ਦਖਲਅੰਦਾਜ਼ੀ ਕਿੱਥੇ ਆ। ਬਿਲਕੁਲ। ਸੋ ਉਹਨੂੰ ਵੀ ਅਸੀਂ ਛਾਣ ਕੇ ਤੇ ਫਿਰ ਫੈਸਲੇ ਜਿਹੜੇ ਵੀ ਉਹ ਕਰਨੇ ਦੀ ਜਾਂਚ ਸਿੱਖੀਏ ਜੀ। ਅੱਗੇ ਲਿਖਦੇ ਨੇ ਜੀ ਵੀ ਹੈਡ ਦ ਸਿਕਿਉਰਿਟੀ ਸਰਵਿਸਿਜ਼ ਬੋਦਰਡ ਟੂ ਡੂ ਈਵਨ ਅ ਲਿਟਲ ਬਿਟ ਆਫ ਹੋਮਵਰਕ ਐਂਡ ਰਿਸਰਚ, it would have come up with crucial indicators in that year, that is 1982, that would have put the senior officer's recommendation and that of two metro policemen into a clearer context. ਹੁਣ ਉਹ ਕਹਿੰਦਾ ਵੀ ਜੇ ਉਹਨਾਂ ਨੇ ਥੋੜਾ ਜਿਹਾ ਵੀ ਆਪਣਾ ਹੋਮਵਰਕ ਕੀਤਾ ਹੁੰਦਾ ਜੀ ਵੀ ਇਸ ਮਸਲੇ ਬਾਰੇ, ਤੇ 1982 ਦੇ ਵਿੱਚ ਜੋ ਕੁਝ ਪਤਾ ਸੀਗਾ ਨਾ ਆਲੇ ਦੁਆਲੇ ਜੋ ਹੋ ਰਿਹਾ ਸੀ, ਬਿਲਕੁਲ ਉੱਥੋਂ ਹੀ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਵੀ ਸੀਨੀਅਰ ਅਫਸਰ ਤੇ ਜਿਹੜੇ ਉਹ ਦੋ ਪੁਲਿਸ ਵਾਲੇ ਆ ਫਰਨਾਂਡਿਸ ਤੇ ਦੂਜਾ, ਵੀ ਉਹ ਜੋ ਕਹਿ ਰਹੇ ਆ ਵੀ ਉਹਦੇ ਵਿੱਚ ਵੀ ਉਹ ਕਿੰਨਾ ਕੁ ਮਤਲਬ ਵੀ ਕਰੂਸ਼ਲ ਤੇ ਜ਼ਰੂਰੀ ਜਿਹੜਾ ਆ ਵੀ ਉਹ ਆ। ਦ ਵਾਇਲੈਂਸ ਇਨ ਪੰਜਾਬ ਵਾਜ਼ ਕੰਟੀਨਿਊਇੰਗ ਅਨਅਬੇਟਡ, ਤੇ ਉਹ ਕਹਿੰਦਾ ਵੀ ਪੰਜਾਬ ਦੇ ਵਿੱਚ ਜਿਹੜੀ ਹਿੰਸਾ ਆ ਵੀ ਉਹ ਉੱਦਾਂ ਹੀ ਕਹਿ ਲਓ ਵੀ ਬਿਨਾਂ ਰੁਕਾਵਟ ਤੋਂ ਜਿਹੜੀ ਚੱਲ ਰਹੀ ਸੀ। ਦੇਅਰ ਵਰ ਡੇਲੀ ਕਿਲਿੰਗਸ ਆਫ ਸਿੱਖਸ, ਹਿੰਦੂਜ਼ ਐਂਡ ਪੁਲਿਸ ਆਫਿਸਰਸ। ਸੋ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ ਉੱਥੇ, ਹਿੰਦੂਆਂ ਨੂੰ ਮਾਰਿਆ ਜਾ ਰਿਹਾ ਸੀ ਤੇ ਪੁਲਿਸ ਅਫਸਰਾਂ ਨੂੰ ਮਾਰਿਆ ਜਾ ਰਿਹਾ ਸੀ। There was a stream of tales of Sikhs being detained by Indian security services, tortured and then killed in detention. ਸੋ ਕਹਿੰਦਾ ਵੀ ਇਹ ਵੀ ਝੜੀ ਲੱਗੀ ਪਈ ਸੀਗੀ ਇਹੋ ਜਿਹੀਆਂ ਕਹਾਣੀਆਂ ਦੀ, ਵੀ ਨਿੱਤ ਨਵੀਆਂ ਕਹਾਣੀਆਂ ਜਿਹੜੀਆਂ ਵੀ ਉਹ ਸਾਹਮਣੇ ਆ ਰਹੀਆਂ ਸੀਗੀਆਂ ਵੀ ਜਿਹਦੇ ਵਿੱਚ ਸਿੱਖਾਂ ਨੂੰ ਉੱਦਾਂ ਹੀ ਸਿਕਿਉਰਿਟੀ ਜਿਹੜੀਆਂ ਇੰਡੀਆ ਦੀਆਂ ਸਿਕਿਉਰਿਟੀ ਫੋਰਸਿਸ ਸੀਗੀਆਂ ਵੀ ਉਹਨਾਂ ਵੱਲੋਂ ਅਰੈਸਟ ਕਰ ਲਿਆ ਜਾਂਦਾ ਸੀ ਤੇ ਫਿਰ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਸੀ ਤੇ ਮਾਰ ਦਿੱਤਾ ਜਾਂਦਾ ਸੀ ਜੀ ਡਿਟੈਂਸ਼ਨ ਦੇ ਵਿੱਚ ਹੀ, ਅਰੈਸਟ ਦੇ ਵਿੱਚ ਹੀ। The story spread quickly to west, ਤੇ ਪੱਛਮ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਵੀ ਉਹਨਾਂ ਦੇ ਵਿੱਚ ਇਹ ਕਹਾਣੀਆਂ ਜਿਹੜੀਆਂ ਆ ਵੀ ਉਹ ਅੱਗ ਵਾਂਗ ਜਿਹੜੀਆਂ ਫੈਲ ਗਈਆਂ। ਆਊਟਸਾਈਡ ਇੰਡੀਆ ਸਿੱਖਸ ਵਰ ਬਾਇਕਾਟਿੰਗ ਦ ਸਟੇਟ ਓਨਡ ਏਅਰ ਇੰਡੀਆ ਏਅਰਲਾਈਨ। ਸੋ ਕਹਿੰਦੇ ਸਿੱਖਾਂ ਨੇ ਵੀ ਜਿਹੜੀ ਏਅਰ ਇੰਡੀਆ ਸੀਗੀ ਇੰਡੀਆ ਦੀ ਜਿਹੜੀ ਸੋ ਕਾਲਡ ਰਾਸ਼ਟਰੀ ਏਅਰਲਾਈਨ ਆ ਜੀ, ਵੀ ਉਹਨੂੰ ਇਹ ਬਾਈਕਾਟ ਕਰ ਦਿੱਤਾ। Karam Singh, owner of Maharaja Travel in Toronto, said that his bookings for the airline had dropped about 20%, even though he offered a discount of 24% off the regular fare. 24% ਡਿਸਕਾਊਂਟ ਦੇਣ ਦੇ ਬਾਵਜੂਦ, ਕਟੌਤੀ ਦੇ ਬਾਵਜੂਦ ਵੀ 20% ਉਹਦੀ ਜਿਹੜੀ ਸੀਗੀ ਸੇਲ ਵੀ ਏਅਰ ਇੰਡੀਆ ਦੀਆਂ ਟਿਕਟਾਂ ਦੀ ਉਹ ਘਟ ਗਈ। In addition, the Sikhs had submitted a petition to the Western leaders meeting at the 82 London summit, asking for an investigation of human rights abuses in Punjab, and were appealing to Canadian members of parliament with the same request. ਸੋ ਲੰਡਨ ਦੇ ਵਿੱਚ ਕੋਈ ਜਿਹੜੇ ਪੱਛਮ ਦੇ ਲੀਡਰ ਨੇ ਉਹਨਾਂ ਦੀ ਸਮਿਟ ਹੋਈ ਸੀ 1982 ਦੇ ਵਿੱਚ, ਜਿਹਦੇ ਵਿੱਚ ਸਿੱਖਾਂ ਨੇ ਪਟੀਸ਼ਨ ਦਿੱਤੀ ਸੀਗੀ ਵੀ ਜੋ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਵੀ ਉਹਦੀ ਤਹਿਕੀਕਾਤ ਕੀਤੀ ਜਾਵੇ ਜੀ।
ਤੇ ਇਹੀ ਮੰਗ ਜਿਹੜੀ ਆ ਉਹਨਾਂ ਨੇ ਜਿਹੜੇ ਮੈਂਬਰ ਸੀਗੇ ਕੈਨੇਡਾ ਦੀ ਪਾਰਲੀਮੈਂਟ ਦੇ ਵੀ ਉਹਨਾਂ ਦੇ ਸਾਹਮਣੇ ਵੀ ਇਹੀ ਮੰਗ ਜਿਹੜੀ ਵੀ ਉਹ ਰੱਖੀ। ਐਜ਼ ਦੀ ਐਕਟੀਵਿਟੀ ਅਮੰਗ ਸਿੱਖ ਐਕਸਪੈਟਰੀਏਟਸ ਇਨ ਕੈਨੇਡਾ ਇਨਕਰੀਜ਼ਡ, the Indian government's intelligence operation grew stronger and bolder। ਸੋ ਜਿੱਦਾਂ ਜਿੱਦਾਂ ਵੀ ਸਿੱਖ ਜਿਹੜੇ ਆ ਵੀ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈ ਗਏ ਕੈਨੇਡਾ ਦੇ ਵਿੱਚ ਜੀ, ਉੱਦਾਂ ਹੀ ਵੀ ਜਿਹੜੀ ਭਾਰਤ ਸਰਕਾਰ ਦੀਆਂ ਇੰਟੈਲੀਜੈਂਸ ਏਜੰਸੀਆਂ ਦੇ ਆਪਰੇਸ਼ਨ ਸੀਗੇ ਵੀ ਜਿਹੜੇ ਪ੍ਰੋਜੈਕਟ ਜਿਹੜੀ ਦਖਲਅੰਦਾਜ਼ੀ ਜੀ, ਉਹ ਵੀ ਉਸੇ ਪੱਧਰ ਦੇ ਨਾਲ ਹੀ ਕਹਿ ਲਓ ਵੀ ਜਿਹੜੀ ਆ ਵੀ ਹੋਰ ਵਧੀ ਗਈ ਤੇ ਹੋਰ ਸਮਾਂ ਕੇ ਬੋਲਡ ਹੋਈ ਗਈ ਵੀ ਜਾਣੀ ਕਿ ਵੀ ਸਰੇਆਮ ਹੀ ਜਿਹੜੀ ਆ ਵੀ ਉਹ ਹਰਕਤਾਂ ਜਿਹੜੀਆਂ ਉੱਧਰੋਂ ਹੋਣ ਲੱਗ ਪਈਆਂ। From among the players who were close to the Indians, there emerged the clear message that the Indian government would pursue counter-terrorism even more aggressively at home and abroad। ਯਾਨੀ ਕਿ ਵੀ ਉੱਥੋਂ ਜਿਹੜੇ ਭਾਰਤੀ ਏਜੰਸੀਆਂ ਦੇ ਜਾਂ ਭਾਰਤੀ ਸਰਕਾਰ ਦੇ ਜਿਹੜੇ ਕਰਿੰਦੇ ਸੀ ਵੀ ਉਹਨਾਂ ਦੇ ਨੇੜੇ ਸੀਗੇ, ਜਿੱਦਾਂ ਜੇ ਕਿਸੇ ਵੀ ਹਾਈ ਕਮਿਸ਼ਨ ਨਾਲ ਬੋਲ ਚਾਲਿਆ ਜਾਂ ਉੱਦਾਂ, ਤੇ ਉਹਨਾਂ ਨੂੰ ਇਹ ਮੈਸੇਜ ਮਿਲਿਆ ਵੀ ਭਾਰਤ ਸਰਕਾਰ ਜਿਹੜੀ ਆ ਵੀ ਇਹਨੇ ਇੰਡੀਆ ਦੇ ਅੰਦਰ ਤੇ ਇੰਡੀਆ ਤੋਂ ਬਾਹਰ ਵੀ ਜਿਹੜੀਆਂ ਕੋਈ ਵੀ ਜਿਹੜਾ ਉਹਨਾਂ ਦੇ ਵਿਰੁੱਧ ਕੋਈ ਕੰਮ ਕਰਦਾ ਆ ਵੀ ਆਵਾਜ਼ ਉਠਾਉਂਦਾ ਆ ਵੀ ਉਹਨਾਂ ਦੇ ਅਗੇਂਸਟ ਵੀ ਤਕੜੇ ਪੱਧਰ ਦੇ ਉੱਤੇ ਅਗਰੈਸਿਵਲੀ ਵੀ ਉਹਨਾਂ ਨੇ ਵੀ ਹਰਕਤਾਂ ਮੰਨ ਲਓ ਉਹਨਾਂ ਨੂੰ ਟੈਕਲ ਕਰਨੇ ਦੀ ਜਿਹੜੀ ਆ ਵੀ ਉਹ ਉਠਾਉਣੀ ਹੋਈ ਹੈ ਜੀ। ਸੋ ਐਂਡ ਇਹ ਉਹੀ ਚੀਜ਼ ਜਿਹੜੀ ਆ ਵੀ ਉਹ ਅੱਜ ਆ ਜਿਹੜਾ ਆਪਾਂ ਵੇਖਦੇ ਨਾ ਵੀ ਜਦੋਂ ਜਿਹੜਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਆ ਜੀ, ਜਦੋਂ ਉਹ ਆਪਣੇ ਫੇਸਬੁੱਕ ਦੇ ਪੇਜ ਦੇ ਉੱਤੇ ਵੀ ਇਹ ਪੋਸਟ ਪਾ ਦਿੰਦਾ ਆ ਭਈ ਅਸੀਂ ਜਦੋਂ ਤੁਸੀਂ ਸਾਡੇ ਕੋਲੋਂ ਕੋਈ ਵੀ ਵੀਜ਼ੇ ਲਈ ਜਾਂ ਕਿਸੇ ਵੀ ਕਾਗਜ਼ ਲਈ ਜਿੱਦਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਆ ਜਾਂ ਕੁਛ ਹੋਰ ਆ ਜੀ, ਤੁਸੀਂ ਸਾਡਾ ਫਾਰਮ ਭਰੋਗੇ, ਅਸੀਂ ਤੁਹਾਡੇ ਤੋਂ ਆਹ ਚੀਜ਼ ਸਟੇਟਮੈਂਟ ਦੇ ਉੱਤੇ ਸਾਈਨ ਕਰਾਉਣੇ ਆ ਵੀ ਮੈਂ ਕੋਈ ਹਰਕਤ ਇੱਦਾਂ ਦੀ ਨਹੀਂ ਕੀਤੀ ਭਈ ਜਿਹੜੀ ਭਾਰਤ ਸਰਕਾਰ ਦੇ ਵਿਰੁੱਧ ਜਾਂਦੀ ਹੋਵੇ। ਠੀਕ ਹੈ, ਮਤਲਬ ਵੀ ਇਹ ਦੇਖੋ ਉਹ ਸਰਵਿਸਿਜ਼ ਜਿਹੜੀਆਂ ਭਾਰਤੀਆਂ ਲਈ ਹੀ ਨੇ, ਬਿਲਕੁਲ ਉਹ ਭਾਰਤੀਆਂ ਨੂੰ ਵੀ ਇਹ ਸਾਈਨ ਕਰਵਾ ਰਹੇ ਨੇ ਵੀ ਇਹ ਵੀ ਤੁਸੀਂ ਇਹ ਸਾਈਨ ਕਰਕੇ ਦਿਓ ਵੀ ਤੁਸੀਂ ਕੋਈ ਹਰਕਤ ਇੱਦਾਂ ਦੀ ਨਹੀਂ ਕੀਤੀ ਵੀ ਜਿਹੜੀ ਭਾਰਤ ਸਰਕਾਰ ਦੇ ਵਿਰੁੱਧ ਜਾਂਦੀ ਹੋਵੇ। ਸੋ ਮਤਲਬ ਫਿਰ ਫਰੀਡਮ ਆਫ ਸਪੀਚ ਤੇ ਉਹ ਆਜ਼ਾਦੀ ਤੇ ਉਹ ਸਾਰਾ ਉਹ ਕਿੱਥੇ, ਬਿਲਕੁਲ ਕਿਤੇ ਵੀ ਨਹੀਂ। ਉਹ ਫਿਰ ਇੱਧਰ ਜਿਹੜੇ ਕਰਿੰਦੇ ਨੇ ਤਰਨ ਮੈਦਾਨ ਤੇ ਹੋਰਾਂ ਵਰਗੇ ਖੱਪ ਗਰੇਡਾਂ ਵਰਗੇ ਵੀ ਇਹ ਉਹ ਲਿਸਟਾਂ ਬਣਾ ਹਾਈ ਕਮਿਸ਼ਨ ਤੱਕ ਪਹੁੰਚਾਉਂਦੇ ਨੇ ਭਈ ਜੀ ਆਹ ਬੰਦਾ ਆ ਵੀ ਆਹ ਬੰਦਾ ਆ ਆਹ ਬੰਦਾ ਆ। ਸੋ ਉਹਨਾਂ ਕੋਲੇ ਲਿਸਟਾਂ ਪਈਆਂ ਔਰ ਉਹੀ ਆਪਾਂ ਇੱਥੇ ਵੇਖਿਆ ਸੀ ਵੀ ਜਿਹੜਾ ਉਹ ਸੀਗਾ ਆਲੂ ਵਾਲੀਆ, ਬਿਲਕੁਲ ਉਹ ਜਿਹੜੀ ਇਨਫੋਰਮੇਸ਼ਨ ਪੁਲਿਸ ਨੂੰ ਦੇ ਰਿਹਾ ਸੀ ਕੈਨੇਡਾ ਦੀ ਨੂੰ, ਉਹਦੀਆਂ ਫਾਈਲਾਂ ਨਾਲ ਡੁਪਲੀਕੇਟ ਜਿਹੜੀਆਂ ਉਹਦੇ ਅੰਦਰ ਬਣ ਰਹੀਆਂ ਸੀ ਹਾਈ ਕਮਿਸ਼ਨ ਦੇ। ਉਹ ਸਾਰੇ ਪੈਂਤੜੇ ਜਿਹੜੇ ਨੇ ਉਹ ਬਿਲਕੁਲ ਉਹੀ ਅੱਜ ਵੀ ਚੱਲ ਰਹੇ ਨੇ, ਬਿਲਕੁਲ। ਸੋ ਅੱਗੇ ਲਿਖਦੇ ਨੇ ਜੀ ਵੀ ਐਜ਼ 1982 drew to a close। ਅੱਛਾ ਇਹ ਤੋਂ ਪਹਿਲਾਂ ਹੈਗਾ ਜੀ ਵੀ and each time it took ruthless measures in India, Canada's Department of External Affairs would come down on the side of the Indians, infuriating Sikh Canadians। ਜੀ ਸੋ ਉਹ ਕਹਿੰਦਾ ਵੀ ਜਦੋਂ ਵੀ ਇੰਡੀਆ ਵੱਲੋਂ ਸਖਤੀ ਕੀਤੀ ਜਾਂਦੀ ਸੀ ਵੀ ਬਲਕਿ ਵੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਸੀ, ਜਿਹੜਾ ਕੈਨੇਡਾ ਦਾ ਫੋਰਨ ਮਿਨਿਸਟਰੀ ਸੀਗੀ ਵੀ ਉਹ ਹਮੇਸ਼ਾ ਹੀ ਇੰਡੀਆ ਦੇ ਹੱਕ ਦੀ ਗੱਲ ਕਰਦੀ, ਜਿਹਦੇ ਨਾਲ ਕੈਨੇਡਾ ਦੇ ਵਿੱਚ ਰਹਿੰਦੇ ਜਿਹੜੇ ਸਿੱਖ ਆ ਵੀ ਉਹਨਾਂ ਨੂੰ ਗੁੱਸਾ ਆਉਂਦਾ ਸੀ ਜੀ। ਔਰ ਉਹੀ ਚੀਜ਼ ਆਪਾਂ ਅੱਜ ਵੀ ਵੇਖਦੇ ਹਾਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਆ ਵੀ ਉਹ ਕਈ ਘਟਨਾਵਾਂ ਹੋਈਆਂ ਆ ਵੀ ਜਿਹਦੇ ਵਿੱਚ ਵੀ ਨਿਊਜ਼ੀਲੈਂਡ ਸਰਕਾਰ ਜਿਹੜੀ ਆ ਵੀ ਉਹ ਉੱਦਾਂ ਹੀ ਇਸ ਗੱਲ ਦੇ ਉੱਤੇ ਬਹਾਨਾ ਜਿਹਾ ਬਣਾ ਲੈਂਦੀ ਸੀ ਵੀ ਆਖੇ ਵੀ ਜੀ ਜਿਹੜੇ ਇਲਜ਼ਾਮ ਲਾ ਰਹੇ ਆ ਵੀ ਉਹਨਾਂ ਕੋਲ ਐਵੀਡੈਂਸ ਹੈ ਨਹੀਂ। ਹੁਣ ਜੇ ਐਵੀਡੈਂਸ ਇਕੱਠਾ ਕਰਨੇ ਦੀ ਹੋਵੇ ਸਾਡੇ ਕੋਲ ਹਿੰਮਤ ਤੇ ਜਾਂ ਰਿਸੋਰਸ ਹੋਣ, ਬਿਲਕੁਲ ਭਈ ਉਹ ਫਿਰ ਅਸੀਂ ਸਰਕਾਰ ਨੂੰ ਕੱਲ੍ਹ ਹੀ ਕਹਾਂਗੇ, ਫਿਰ ਅਸੀਂ ਅਖਬਾਰ ਦੇ ਵਿੱਚ ਛਪਵਾ ਦਾਂਗੇ, ਫਿਰ ਸਰਕਾਰ ਦੀ ਆਪੇ ਮਜਬੂਰੀ ਬਣੂਗੀ। ਬਿਲਕੁਲ ਭਈ ਅਸੀਂ ਸਰਕਾਰ ਨੂੰ ਅਪਰੋਚ ਹੀ ਇਸ ਗੱਲ ਦੀ ਕਰ ਰਹੇ ਹਾਂ ਵੀ ਭਾਈ ਇਨਵੈਸਟੀਗੇਟ ਕਰੋ, ਕਿਉਂਕਿ ਇਹਦਾ ਐਵੀਡੈਂਸ ਹੈਗਾ। ਜਦੋਂ ਤੁਸੀਂ ਇਨਵੈਸਟੀਗੇਟ ਕੀਤਾ ਤੁਹਾਨੂੰ ਐਵੀਡੈਂਸ ਵੀ ਲੱਭਣਾ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਅੱਜ ਵੀ ਉੱਦਾਂ ਹੀ ਚੱਲ ਰਹੀਆਂ ਜੀ। ਸੋ ਇਸ ਕਰਕੇ ਗੱਲ ਫਿਰ ਉੱਥੇ ਹੀ ਆਉਂਦੀ ਆ ਵੀ ਜਿੰਨੀ ਦੇਰ ਤੱਕ ਵੀ ਆਪਣੀ ਸਰਕਾਰ ਆਪਣੀ ਜਿਹੜੀ ਸੈਂਟਰਲ ਲੀਡਰਸ਼ਿਪ ਆ ਉਹ ਨਾ ਹੋਵੇ ਉਦੋਂ ਤੱਕ ਵੀ ਇੱਦਾਂ ਹੀ ਜਿਹੜੀਆਂ ਦੂਜੇ ਆ ਵੀ ਉਹ ਨਹੀਂ ਕੋਈ ਵੀ ਧਿਆਨ ਦਿੰਦੇ ਵੀ ਤੁਹਾਡਾ ਕੀ ਨੁਕਸਾਨ ਹੋ ਰਿਹਾ ਜਾਂ ਤੁਹਾਡੇ ਹੱਕਾਂ ਦੇ ਉੱਤੇ ਡਾਕਾ ਕਿੱਦਾਂ ਪੈ ਰਿਹਾ। As 1982 drew to a close, the local consulate must have been pleased with its accomplishments। ਜੀ ਸੋ ਕਹਿੰਦਾ ਵੀ ਜਿਹੜਾ ਭਾਰਤੀ ਇੰਡੀਆ ਦਾ ਕੌਂਸੂਲੇਟ ਸੀਗਾ ਉੱਥੇ ਕੈਨੇਡਾ ਦੇ ਵਿੱਚ ਜਦੋਂ 1982 ਖਤਮ ਹੋਣ ਵਾਲਾ ਸੀਗਾ ਤੇ ਉਸ ਵੇਲੇ ਵੀ ਉਹਨਾਂ ਨੂੰ ਬੜੀ ਖੁਸ਼ੀ ਹੋਣੀ ਆ ਜੀ ਵੀ ਅਸੀਂ ਬਹੁਤ ਕੁਝ ਹਾਸਲ ਕਰ ਲਿਆ। When the Canadian media talked about the Sikhs, they referred not to the repression in Punjab or to the Khalistan movement but to the shootings at Osgoode Hall। ਔਰ ਇਹ ਆਪਾਂ ਫੇਰ ਚੇਤੇ ਕਰਾ ਦਈਏ
ਵੀ ਉਹ ਕਹਿੰਦੇ ਵੀ ਜਦੋਂ ਇਹ ਜਿਹੜੀਆਂ ਕੈਨੇਡਾ ਦੀਆਂ ਅਖਬਾਰਾਂ ਨੇ ਵੀ ਉਹਨਾਂ ਦੇ ਵਿੱਚ ਸਿੱਖਾਂ ਬਾਰੇ ਗੱਲ ਹੁੰਦੀ ਸੀ ਜੀ, ਤੇ ਉਹ ਇਸ ਬਾਰੇ ਨਹੀਂ ਗੱਲ ਕਰਦੇ ਵੀ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਕਿੰਨਾ ਅਤਿਆਚਾਰ ਹੋ ਰਿਹਾ, ਜੀ, ਉਹ ਇਸ ਬਾਰੇ ਗੱਲ ਕਰਦੇ ਸੀ ਵੀ ਔਸਗੁੱਡ ਹਾਲ ਦੇ ਵਿੱਚ ਜਿਹਨਾਂ ਨੇ ਗੋਲੀ ਚਲਾਈ ਸੀ ਉਹ ਸਿੱਖ ਨੇ। ਤੇ ਉਹ ਆਪਾਂ ਚੇਤੇ ਕਰਾ ਦਈਏ ਸੁਣਨ ਵਾਲਿਆਂ ਨੂੰ ਫੇਰ ਵੀ ਜਿਹੜੇ ਬੰਦੇ ਨੇ ਸਮਰੇ ਨੇ ਗੋਲੀ ਚਲਾਈ ਸੀ ਉਹਨੂੰ ਉੱਥੋਂ ਕੈਨੇਡਾ ਦੇ ਵਿੱਚੋਂ ਨਿਕਲਣ ਦੇ ਵਿੱਚ ਜਿਹੜਾ ਇੰਡੀਆ ਦਾ ਕੌਂਸਲੇਟ ਆ ਤੇ ਜਿਹੜਾ ਆਹਲੂਵਾਲੀਆ ਉਹਨੇ ਹੈਲਪ ਕੀਤੀ, ਉਹਨੇ ਪਾਸਪੋਰਟ ਬਣਾ ਕੇ ਦਿੱਤਾ ਔਰ ਉਹਨੂੰ ਫਿਰ ਇੱਧਰ ਮਿਡਲ ਈਸਟ ਤੱਕ ਪਹੁੰਚਾਇਆ ਗਿਆ। ਤੇ ਮਿਡਲ ਈਸਟ ਦੇ ਵਿੱਚੋਂ ਵੀ ਜਿਹੜਾ ਇੰਡੀਆ ਦੇ ਕਹਿ ਲਓ ਵੀ ਸ਼ਹਿਰ ਦੇ ਉੱਤੇ ਸਮਗਲਿੰਗ ਕਰਦਾ ਸੀ ਹਾਜੀ ਮਸਤਾਨ, ਉਹਦੀਆਂ ਬੇੜੀਆਂ ਦੇ ਵਿੱਚ ਵੀ ਉਹ ਬਹਿ ਕੇ ਤੇ ਇੰਡੀਆ ਪਹੁੰਚ ਗਿਆ। ਸੋ ਮਤਲਬ ਵੀ ਇਹ ਸਾਰਾ ਕੁਛ ਵੀ ਉਹਨਾਂ ਦਾ ਕਹਿ ਲਓ ਵੀ ਹੈ ਹੀ ਇਹ ਸੀਗਾ ਪਲਾਨ ਵੀ ਸਿੱਖਾਂ ਨੂੰ ਬਦਨਾਮ ਕਰਨਾ, ਔਰ ਉਹਦੇ ਵਿੱਚ ਉਹ ਕਹਿੰਦਾ ਵੀ ਉਹ ਪੂਰੇ ਕਾਮਯਾਬ ਰਹੇ। ਅੱਗੇ ਫਿਰ ਉਹ ਲਿਖਦੇ ਨੇ ਜੀ ਵੀ gunning down of the Canadian policeman at Bloor and Young and the dangerous activities of a hot-headed minority that insisted on importing old quarrels to a new country। ਔਰ ਉਹੀ ਚੀਜ਼ ਉਹ ਅੱਜ ਇੱਥੇ ਕਹਿੰਦੇ ਹੁੰਦੇ ਆ ਵੀ ਜੀ ਜਿਹੜੇ ਤੁਹਾਡੇ ਉੱਥੇ ਦੀਆਂ ਲੜਾਈਆਂ ਨੇ ਵੀ ਉਹਨਾਂ ਨੂੰ ਉੱਥੇ ਹੀ ਛੱਡੋ। ਜੀ ਬਿਲਕੁਲ। ਤੇ ਉਹ ਹੁਣ ਗੱਲ ਇਹ ਆ ਵੀ ਜਿਹੜੀਆਂ ਇਹ ਲੜਾਈਆਂ ਨੇ ਵੀ ਜਦੋਂ ਜਾਰੀ ਰਹਿਣ ਵੀ ਜੇ ਤੇ ਖਤਮ ਹੋ ਗਈਆਂ ਹੋਣ ਨਾ ਉੱਥੇ ਫਿਰ ਕਿਹਨੇ ਐਵੇਂ ਇੱਥੇ ਗੱਲਾਂ ਕਰਨੀਆਂ ਉਸ ਚੀਜ਼ ਬਾਰੇ। ਜਦੋਂ ਉੱਥੇ ਨਿੱਤ ਨਵੇਂ ਜਿਹੜੇ ਅਤਿਆਚਾਰ ਆ ਵੀ ਉਹ ਹੋ ਰਹੇ ਆ ਤੇ ਨਿੱਤ ਨਵੀਆਂ ਬੇੜੀਆਂ ਜਿਹੜੀਆਂ ਗੁਲਾਮੀ ਦੀਆਂ ਵੀ ਉਹ ਤੁਹਾਡੀ ਕੌਮ ਦੇ ਤੁਹਾਡੇ ਰਿਸ਼ਤੇਦਾਰਾਂ ਦੇ ਪੈਰਾਂ 'ਚ ਪਾਈਆਂ ਜਾ ਰਹੀਆਂ ਤੇ ਫਿਰ ਬੋਲਣ ਦਾ ਹੱਕ ਵੀ ਸਾਡੇ ਤੋਂ ਖੋਹ ਲੈਣ, ਇਹ ਕਿੱਥੇ ਦੀ ਆਜ਼ਾਦੀ ਹੈ। ਨਾਲੇ ਦੂਜੀ ਗੱਲ ਇਹਦੇ ਨਾਲ ਇਹ ਜੁੜਦੀ ਨਾ ਭਾਜੀ, ਉੱਥੇ ਜੋ ਘਟਨਾਵਾਂ ਹੋ ਰਹੀਆਂ ਆ ਉਹੀ ਉੱਦਾਂ ਦੀਆਂ ਘਟਨਾਵਾਂ ਇੱਥੇ ਵੀ ਵਰਤਾਈਆਂ ਜਾ ਰਹੀਆਂ ਹੈਗੀਆਂ ਉਹਦੇ ਬਾਰੇ ਵੀ ਤਾਂ ਬੋਲਣਾ ਬਣਦਾ ਹੀ ਹੈਗਾ ਆ। ਜਿੱਦਾਂ ਹੁਣ ਮੰਨ ਲਓ ਜੇ ਕਿਸਾਨੀ ਮੁੱਦੇ ਦੀ ਆਪਾਂ ਐਗਜ਼ਾਮਪਲ ਲਈਏ, ਹੁਣ ਉੱਥੇ ਉਹ ਆਵਾਜ਼ ਚੱਕ ਰਹੇ ਜਿਹੜੇ 3 ਕਾਨੂੰਨ ਆਏ ਸੀਗੇ ਉਹਨਾਂ ਦੇ ਖਿਲਾਫ, ਜਦੋਂ ਇੱਥੇ ਆਵਾਜ਼ ਚੱਕੀ ਗਈ ਤੇ ਉਹੀ ਸੇਮ ਇੱਥੇ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ ਸੀਗਾ ਜਿਹੜੇ ਆਵਾਜ਼ ਚੱਕ ਰਹੇ ਸੀ। ਉਹਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਸੀ, ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਸੀਗੀਆਂ, ਉਹਨਾਂ ਨੂੰ ਹਾਈਲਾਈਟ ਕੀਤਾ ਜਾ ਰਿਹਾ ਸੀਗਾ, ਹੈ ਨਾ। ਤੇ ਉਹ ਕਹਿਣ ਦਾ ਭਾਵ ਮੇਰਾ ਇਹ ਹੈਗਾ ਕਿ ਜੇ ਉਹ ਸਾਰਾ ਕੁਝ ਖਤਮ ਹੋਏਗਾ ਤਦ ਹੀ ਆਪਾਂ ਬੋਲਣਾ ਬੰਦ ਕਰਾਂਗੇ ਨਾ। ਜੇ ਖਤਮ ਹੀ ਨਹੀਂ ਹੋਏਗਾ ਉਹ ਨਾਲ ਪਿੱਛੇ ਇੱਥੇ ਵੀ ਹੋ ਰਿਹਾ ਹੈ ਤੇ ਫਿਰ ਬੋਲਣਾ ਥੋੜਾ ਬੰਦ ਕੀਤਾ ਜਾ ਸਕਦਾ। ਔਰ ਉਹ ਇੱਥੇ ਨਾ ਹਮੇਸ਼ਾ ਹੀ ਇਹੋ ਜਿਹੀ ਜਿਹੜੀ ਹੁੰਦੀ ਨਾ ਸਿਚੁਏਸ਼ਨ, ਜੀ ਮੈਨੂੰ ਹਮੇਸ਼ਾ ਹੀ ਚੇਤੇ ਆ ਜਾਂਦਾ ਵੀ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਦੀ ਨਾ ਕੈਸਟ ਜਿਹੜੀ ਸੀਗੀ ਗੁਰਸਿੱਖੀ ਦੀ ਇਹ ਨਿਸ਼ਾਨੀ, ਜੀ ਉਹਦੇ ਵਿੱਚ ਬੜੀ ਵਧੀਆ ਉਦਾਹਰਨ ਦਿੰਦੇ ਆ ਵੀ ਉਹ ਕਹਿੰਦੇ ਵੀ ਤੁਸੀਂ ਪਾਣੀ ਨੂੰ ਕਹਿ ਰਹੇ ਆ ਵੀ ਤੂੰ ਉਬਲ ਨਾ, ਪਰ ਇਸ ਗੱਲ ਦੀ ਨਹੀਂ ਤੁਸੀਂ ਡਿਸਕਸ਼ਨ ਕਰ ਰਹੇ ਵੀ ਥੱਲੇ ਅੱਗ ਕਿੰਨੇ ਬਾਲੀ ਹੋਈ ਹੈ, ਕਿੰਨੇ ਬਾਲੀ ਹੈ, ਅੱਗ ਬੰਦ ਕਰੋ। ਅੱਗ ਜਦੋਂ ਤੁਸੀਂ ਭਜਾ ਦੂਗੇ ਪਾਣੀ ਨੇ ਆਪੇ ਉਬਲਣਾ ਬੰਦ ਕਰ ਦੇਣਾ। ਸੋ ਗੱਲ ਤੇ ਸਿੱਧੀ ਜੀ ਆ ਵੀ ਜੇ ਤੁਸੀਂ ਕਹਿੰਦੇ ਆ ਵੀ ਉਰੇ ਜਿਹੜੇ ਆ ਵੀ ਜੋ ਉੱਥੇ ਹੋ ਰਿਹਾ ਵੀ ਉਹਦੀ ਗੱਲ ਉਰੇ ਨਾ ਕਰੋ ਤੇ ਤੁਸੀਂ ਉੱਥੇ ਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਓ ਭਾਈ ਵੀ ਅਤਿਆਚਾਰ ਬੰਦ ਕਰ। ਬਿਲਕੁਲ ਬਿਲਕੁਲ। ਆਪੇ ਗੱਲ ਜਿਹੜੀ ਆ ਵੀ ਉੱਥੇ ਜਦੋਂ ਠੰਡੀ ਹੋ ਗਈ ਉਰੇ ਆਪੇ ਹੀ ਨਹੀਂ ਹੋਣੀ। ਬਿਲਕੁਲ। ਸੋ ਉਹ ਦੇਖਿਆ ਵੀ ਤਕਲੀਫ ਕਿੰਨੀ ਹੋਈ ਜਦੋਂ ਰਿਹਾਨਾ ਨੇ ਇੱਕ ਟਵੀਟ ਕਰ ਦਿੱਤੀ, ਪੂਰਾ ਇੰਡੀਆ ਬਾਲੀਵੁੱਡ ਸਾਰਾ ਰਲ ਕੇ ਕਿੱਦਾਂ ਮਤਲਬ ਸਾਰਿਆਂ ਨੇ ਆਪਣੇ ਆਪ ਹੀ ਜਿਹੜੇ ਦੂਸਰੇ ਅਸਲੀ ਚਿਹਰੇ ਕਿੱਦਾਂ ਦਿਖਾਏ। ਬਿਲਕੁਲ। ਨਾਲੇ ਉਹਨੇ ਕੁਝ ਉਦਾਂ ਵੀ ਕਿਸੇ ਦੇ ਹੱਥ 'ਚ ਵੀ ਨਹੀਂ ਲਿਖਿਆ ਸੀਗਾ, ਉਹਨੇ ਇੱਕ ਨਿਊਟਰਲ ਜੀ ਪੋਸਟ ਪਾਈ ਸੀ ਇਹਦੇ ਬਾਰੇ ਗੱਲ ਕਿਉਂ ਨਹੀਂ ਕਰ ਰਹੇ ਹੈਗੇ ਤੇ ਉਹਦੇ ਤੇ ਇਹਨਾਂ ਨੂੰ ਕਿੱਦਾਂ ਮਿਰਚਾਂ ਲੱਗੀਆਂ ਸੀ ਜੀ। ਸੋ ਜੀ ਆਖਰੀ ਲਾਈਨ ਆਪਾਂ ਪੜ੍ਹ ਦਿੰਦੇ ਆ ਫਿਰ ਚੈਪਟਰ 3 ਦੀ। ਉਹ ਕਹਿੰਦੇ ਵੀ ਇਫ ਦੇਅਰ ਵਾਜ਼ ਐਨੀ ਪਬਲਿਕ ਸਿੰਪਥੀ ਕੈਨੇਡਾ ਦੇ ਵਿੱਚ ਭਈ ਇਟ ਲੇ ਵਿਦ ਦ ਇੰਡੀਅਨਸ ਫॉर ਹੈਵਿੰਗ ਟੂ ਡੀਲ ਵਿਦ ਸੱਚ ਅ ਬੰਚ। ਸੋ ਮਤਲਬ ਵੀ ਜਿਹੜਾ ਭਾਰਤੀ ਸਰਕਾਰ ਦਾ ਜਿਹੜਾ ਨੈਰੇਟਿਵ ਸੀਗਾ, ਭਾਰਤੀ ਸਰਕਾਰ ਜਿਸ ਹਿਸਾਬ ਨਾਲ ਪੇਸ਼ ਕਰ ਰਹੀ, ਜਿਹੜੀ ਉਹਨਾਂ ਦੀ ਪੇਸ਼ਕਾਰੀ ਸੀਗੀ ਵੀ ਇਹ ਸਿੱਖ ਜਿਹੜੇ ਆ ਵੀ ਇਹ ਹਿੰਸਾਵਾਦੀ ਨੇ ਤੇ ਇਹਨਾਂ ਨਾਲ ਡੀਲ ਕਰਨਾ ਸਾਡੇ ਲਈ ਬਹੁਤ ਔਖਾ ਆ। ਸੋ ਉਹ ਕਹਿੰਦੇ ਵੀ ਉਹ ਪੂਰਾ ਕਾਮਯਾਬ ਸੀਗਾ ਵੀ ਕੈਨੇਡਾ ਦੇ ਵਿੱਚ ਜਿਹੜੇ ਗੋਰੇ ਰਹਿੰਦੇ ਸੀ ਭਈ ਉਹਨਾਂ ਦੀ ਜਿਹੜੀ ਸਿੰਪਥੀ ਸੀਗੀ ਵੀ ਉਹ ਭਾਰਤ ਸਰਕਾਰ ਦੇ ਨਾਲ ਸੀਗੀ, ਭਈ ਭਾਰਤ ਸਰਕਾਰ ਨੂੰ ਵੀ ਇਹਨਾਂ ਨਾਲ ਡੀਲ ਕਰਨਾ, ਸਿੱਖਾਂ ਨਾਲ ਡੀਲ ਕਰਨਾ ਪੈ ਰਿਹਾ। ਸੋ ਇਹ ਚੀਜ਼ਾਂ ਨੇ ਵੀ ਪ੍ਰੋਪੇਗੈਂਡਾ ਦੀ ਪਾਵਰ। ਬਿਲਕੁਲ। ਤੇ ਜਿਹੜਾ ਇਹ ਕਿ ਜੇ ਹਿਸਾਬ ਦੇ ਨਾਲ ਪੇਸ਼ ਕੀਤਾ ਜਾਂਦਾ ਹੈ, ਮਤਲਬ ਇੱਕ ਗੱਲ ਤਾਂ ਇਹ 'ਚੋਂ ਭਾਈ ਸਮਝਣ ਵਾਲੀ ਹੈਗੀ ਕਿ ਸਾਨੂੰ ਹਜੇ ਬਹੁਤ ਕੁਝ ਸਿੱਖਣਾ ਕਿ ਅਸੀਂ ਆਪਣੇ ਉਹਨੂੰ ਪੇਸ਼ ਕਿੱਦਾਂ ਕਰਨਾ ਹੈ ਦੂਜੀ ਕਮਿਊਨਿਟੀ ਸਾਹਮਣੇ ਜਾਂ ਵਰਲਡ ਵਾਈਡ ਲੈਵਲ ਦੇ ਉੱਤੇ, ਔਰ ਜਿਹੜਾ ਦੁਸ਼ਮਣ ਦਾ ਨੈਰੇਟਿਵ ਆ ਜਿਸ ਹਿਸਾਬ ਨਾਲ ਦੁਸ਼ਮਣ ਸਾਨੂੰ ਪੇਸ਼ ਕਰ ਰਿਹਾ ਉਹਨੂੰ ਕਾਊਂਟਰ ਕਿੱਦਾਂ ਕਰਨਾ, ਉਹਨੂੰ ਇਗਨੋਰ ਕਰਕੇ ਨਹੀਂ ਗੱਲ ਬਣ ਜਾਂਦੀ। ਸਹੀ ਗੱਲ ਹੈ ਜੀ। ਉਹਨੂੰ ਕਾਊਂਟਰ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਵੀ ਜਿੱਦਾਂ ਹੁਣ ਆਪਾਂ ਉਹ ਜਿਹੜੀ ਟਵੀਟ ਕੱਢੀ ਸੀਗੀ ਵੀ ਜਿਹਦੇ ਵਿੱਚ ਗੋਰਾ ਬੰਦਾ ਜਿਹੜਾ ਆ ਵੀ ਉਹ ਨੇਕੀ ਬਾਰੇ ਜੋ ਗੱਲ ਹੋਈ ਸੀ ਵੀ ਉਹ ਕਹਿੰਦਾ ਵੀ ਪਹਿਲੀ ਜਿਹੜੀ ਮੇਰੀ ਟਵੀਟ ਸੀਗੀ ਵੀ ਉਹਦੇ ਵਿੱਚ ਮੈਂ ਇਹਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਵੀ ਇਹ ਸ਼ਾਇਦ ਵੀ ਧਾਰਮਿਕ ਕੱਟੜਵਾਦੀਆਂ ਦੇ ਖਿਲਾਫ ਬੋਲਦਾ ਆ ਤੇ ਤਾਂ ਕਰਕੇ ਇਹਦੇ ਉੱਤੇ ਹਮਲਾ ਹੋਇਆ। ਕਹਿੰਦਾ ਜਦੋਂ ਮੈਂ ਮਾੜੀ ਜਿਹੀ ਜਾਣਕਾਰੀ ਇਕੱਠੀ ਕੀਤੀ ਤੇ ਮੈਨੂੰ ਝੱਟ ਸੱਚਾਈ ਦਾ ਪਤਾ ਲੱਗ ਗਿਆ
ਭਈ ਇਹ ਬੰਦਾ ਜਿਹੜਾ ਆ ਵੀ ਇਹ ਏਜੰਟ ਪ੍ਰੋਵੋਕੇਟਰ ਆ, ਬਿਲਕੁਲ ਯਾਨੀ ਕਿ ਜਾਣ ਬੁੱਝ ਕੇ ਲੂਤੀਆਂ ਲਾਉਣੇ ਵਾਲਾ, ਚੁੰਡੀਆਂ ਵੱਢਣੇ ਵਾਲਾ, ਤੀਲੀ ਲਾ ਕੇ ਡੱਬੂ ਕੰਧ ਦੇ ਉੱਤੇ ਉਹ ਕੰਮ ਕਰਦਾ ਇਹ। ਬਿਲਕੁਲ। ਤੇ ਉਹ ਤੋਂ ਬਾਅਦ ਉਹਨੇ ਪੂਰੀ ਕਹਿ ਲਓ ਵੀ ਇਮਾਨਦਾਰੀ ਦੇ ਨਾਲ ਬੰਦੇ ਨੇ ਵੀ ਉਹ ਆਪਣੀ ਜਿਹੜੀ ਨਵੀਂ ਟਵੀਟ ਆ ਉਹ ਕੱਢ ਕੇ ਤੇ ਉੱਥੇ ਰੱਖ ਦਿੱਤੀ ਵੀ ਇਹਦੀ ਅਸਲੀਅਤ ਬੰਦੇ ਦੀ ਆਹ ਆ। ਬਿਲਕੁਲ। ਸੋ ਉਹ ਚੀਜ਼ਾਂ ਜਿਹੜੀਆਂ ਵੀ ਤਾਂ ਕਰਕੇ ਕਾਊਂਟਰ ਕਰਨਾ, ਤਾਂ ਕਰਕੇ ਆਪਣੀ ਇਨਫੋਰਮੇਸ਼ਨ ਸਾਹਮਣੇ ਰੱਖਣੀ ਉਹ ਬਹੁਤ ਜ਼ਰੂਰੀ ਹੋ ਜਾਂਦੀ ਆ। ਨਹੀਂ ਸਹੀ ਗੱਲ ਹੈ ਜੀ, ਉਹ ਜ਼ਰੂਰੀ, ਕਿਉਂਕਿ ਉਹ ਜੇ ਤੁਸੀਂ ਇਨਫੋਰਮੇਸ਼ਨ ਸਾਹਮਣੇ ਨਹੀਂ ਰੱਖੋਗੇ ਜਦ ਤੱਕ ਜਿਹੜੀਆਂ ਉਹਦੇ ਪ੍ਰਭਾਵ ਦੇ ਵਿੱਚ ਬੰਦੇ ਆ ਜਾਂ ਉਹ ਉਹਦੇ ਮਗਰ ਲੱਗੇ ਆ, ਉਹਨਾਂ ਨੂੰ ਲੱਗਣਾ ਹੈ ਕਿ ਅਸੀਂ ਹਵਾ 'ਚ ਹੀ ਗੱਲਾਂ ਕਰ ਰਹੇ ਹਾਂ ਜਾਂ ਹਵਾ ਦੇ ਵਿੱਚ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ, ਕਿਉਂਕਿ ਉਹਦੇ ਵਿੱਚ ਫਿਰ ਇਹਨਾਂ ਨੂੰ ਮੌਕਾ ਮਿਲ ਜਾਂਦਾ ਨਾ ਕਿ ਇਹ ਬਈ ਫੋਕੇ ਇਲਜ਼ਾਮ ਲਾ ਰਹੇ, ਨਿਰੇ ਇਲਜ਼ਾਮ ਲਾ ਰਹੇ, ਇਹਨਾਂ ਕੋਲ ਤੱਥ ਕੋਈ ਨਹੀਂ ਹੈਗਾ ਜਾਂ ਇਹਨਾਂ ਕੋਲ ਕੋਈ ਲੌਜਿਕ ਨਹੀਂ ਹੈਗਾ। ਨਹੀਂ ਉਹ ਗੱਲ ਠੀਕ ਹੈ ਭਾਈ, ਉਹ ਤੁਹਾਨੂੰ ਉਹ ਗੱਲਾਂ ਕਾਊਂਟਰ ਕਰਨੀਆਂ ਬਹੁਤ ਜ਼ਰੂਰੀ ਹੈਗੀਆਂ, ਉਹ ਕੀਤੀਆਂ ਵੀ। ਜੇ ਆਪਾਂ ਖੱਪ ਗਰੇਡਰ ਦੀ ਐਗਜ਼ਾਮਪਲ ਦਈਏ, ਇਹਨਾਂ ਦੀ ਹੁਣ ਪਿਛਲੇ 4-5 ਸਾਲ ਤੋਂ ਅਲੱਗ-ਅਲੱਗ ਬੰਦਿਆਂ ਨੇ ਕਾਊਂਟਰ ਕੀਤੀਆਂ ਵੀ ਹੈਗੀਆਂ ਆ ਤੇ ਉਹਦਾ ਅਸਰ ਵੀ ਨਜ਼ਰ ਆ ਰਿਹਾ ਹੈ ਕਿ ਲੋਕੀ ਕਿੱਦਾਂ ਜਾਗ ਰਹੇ, ਕਿਉਂਕਿ ਕਈ ਹੁੰਦਾ ਆ ਕਿ ਕਈ ਨੂੰ ਲੱਗਦਾ ਕਿ ਸ਼ਾਇਦ ਸੱਚੀ ਸਿੱਖੀ ਦੀ ਗੱਲ ਕਰਦੇ ਹੈਗੇ ਆ, ਕਿਉਂਕਿ ਇਹ ਜਦੋਂ ਤੁਸੀਂ ਇਹਨਾਂ ਦਾ ਰੇਡੀਓ ਸੁਣਦੇ ਆ ਇਹ ਹਰ ਤਰ੍ਹਾਂ ਦੀ ਗੱਲ ਕਰ ਦਿੰਦੇ ਆ ਜਿੱਦਾਂ, ਕਿਉਂਕਿ ਆਪਣੀਆਂ ਗੱਲਾਂ ਕੱਟਣੀਆਂ ਹੁੰਦੀਆਂ, ਕੋਈ ਪਤਾ ਨਹੀਂ ਲੱਗਦਾ ਕਿ ਘੰਟੇ ਪਹਿਲਾਂ ਕੀ ਬੋਲਿਆ, ਘੰਟੇ ਬਾਅਦ ਕੀ ਬੋਲਿਆ। ਫਿਰ ਉਹ ਜਿੱਦਾਂ ਕਹਿੰਦੇ ਨਾ ਹਰ ਤਰ੍ਹਾਂ ਦਾ ਸਮਾਨ ਪਿਆ ਹੁੰਦਾ ਆ, ਤੇ ਜਿਹੜਾ ਜਿੱਦਾਂ ਦਾ ਕਸਟਮਰ ਆਇਆ ਉਹਨੂੰ ਉੱਦਾਂ ਦਾ ਸਮਾਨ ਕਲਿੱਪ ਬਣਾ ਕੇ ਦੇ ਦਿੰਦੇ ਕਿ ਭਾਈ ਦੇਖ ਮੈਂ ਤਾਂ ਗੁਰੂ ਸਾਹਿਬ ਬਾਰੇ ਆਹ ਗੱਲ ਕੀਤੀ ਹੈ, ਮੈਂ ਛੋਟੇ ਸਾਹਿਬਜ਼ਾਦੇ ਬਾਰੇ ਆਹ ਗੱਲ ਕੀਤੀ ਹੈ ਨਾ। ਜੇ ਜਿਹੜਾ ਸਿੱਖੀ ਦਾ ਦੋਖੀ ਆ ਤੇ ਉਹਨੂੰ ਉੱਦਾਂ ਦੀ ਕਲਿੱਪਾਂ ਪ੍ਰੋਵਾਈਡ ਕਰਾਉਣੀਆਂ, ਦੇਖੋ ਜੀ ਅਸੀਂ ਤਾਂ ਆਪਣੇ ਆਪ ਨੂੰ ਗੱਦਾਰੀ ਵਜੋਂ ਪੇਸ਼ ਕਰ ਰਹੇ। ਕਹਿਣ ਦਾ ਭਾਵ ਮੇਰਾ ਇਹ ਹੈ ਕਿ ਉਹ ਸਾਰਾ ਕੁਝ ਕਾਊਂਟਰ ਜਦੋਂ ਕੀਤਾ ਜਾਂਦਾ ਹੈ ਤੇ ਕਈ ਜਿਹੜੇ ਅਣਜਾਣੇ ਦੇ ਵਿੱਚ ਇਹਨਾਂ ਦੇ ਇਹੋ ਜਿਹੇ ਬੰਦੇ ਤੇ ਜਾਲ 'ਚ ਫਸ ਜਾਂਦੇ ਤੇ ਉਹ ਫਿਰ ਨਿਕਲ ਵੀ ਜਾਂਦੇ ਹੈਗੇ ਆ। ਬਿਲਕੁਲ। ਔਰ ਉੱਥੇ ਆਪਣਾ ਮੇਰਾ ਖਿਆਲ ਵੀ ਇਸ ਮੌਕੇ ਦੇ ਉੱਤੇ ਵੀ ਵੀਰ ਸੁਖਦੇਵ ਸਿੰਘ ਦਾ ਨਾਮ ਜਰਮਨੀ ਵਾਲੇ ਜਿਹੜੇ ਆ ਵੀ ਉਹ ਵੀ ਲੈਣਾ ਬਣਦਾ। ਬਿਲਕੁਲ। ਵੀ ਅੱਜ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ। ਸਹੀ ਗੱਲ। ਤੇ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਨੂੰ ਵੀ ਪੂਰੀ ਐਨ ਚੜ੍ਹਦੀ ਕਲਾ ਦੇ ਵਿੱਚ ਰੱਖੋ। ਔਰ ਜਿੰਨੀ ਇਹਨਾਂ ਕਹਿ ਲਓ ਵੀ ਖੱਪ ਗਰੇਡਾਂ ਤੇ ਜਿਹੜੇ ਇਹ ਕੌਮ ਦੇ ਆਸਤੀਨ ਦੇ ਸੱਪ ਨੇ ਭਈ ਇਹਨਾਂ ਨਾਲ ਇਹਨਾਂ ਦੇ ਜਿਹੜੇ ਜ਼ਹਿਰੀ ਦੰਦ ਨੇ ਵੀ ਉਹ ਕੱਢਣੇ ਦੀ ਪੂਰੀ ਸਮਰੱਥਾ ਉਹਨਾਂ 'ਚ ਹੈਗੀ ਆ। ਔਰ ਹੋਰ ਬਖਸ਼ੇ ਬਿਲਕੁਲ ਭਈ ਤਾਂ ਕਿ ਵੀ ਇਹਨਾਂ ਨੂੰ ਨਾ ਵੀ ਮੂੰਹ ਦੀ ਖਾਣੀ ਪਵੇ ਜਿਹੜੇ ਇਹ ਬੈਠੇ ਬਕਵਾਸ ਕਰਦੇ ਨੇ। ਸਹੀ ਗੱਲ। ਇੱਕ ਜਿੱਦਾਂ ਬਾਈ ਹੁਣ ਕਿਤਾਬ ਪੜ੍ਹ ਕੇ ਸਾਨੂੰ ਹੁਣ ਸਮਝ ਮਤਲਬ ਇੱਕ ਅੰਡਰਸਟੈਂਡਿੰਗ ਬਣੀ ਹੈਗੀ ਆ ਕਿ ਜਿਹੜੇ ਪੈਂਤੜੇ ਸਰਕਾਰ ਅੱਜ ਤੋਂ 30-32-40 ਸਾਲ ਪਹਿਲਾਂ ਲੈ ਰਹੀ ਸੀਗੀ ਉਹੀ ਅੱਜ ਲੈ ਰਹੀ ਹੈ। ਤੇ ਹੁਣ ਖੱਪ ਗਰੇਡਾਂ ਨੂੰ ਦੇਖ ਲਓ, ਜਿਹੜੇ ਪੈਂਤੜੇ ਦਾ 4-5 ਸਾਲ ਪਹਿਲਾਂ ਸਾਡੇ ਤੇ ਜਾਂ ਪ੍ਰਭਦੀਪ ਹੋਣਾ ਤੇ ਖਾਲਸਾ ਨਿਊਜ਼ ਦੇ ਉੱਤੇ ਜਾਂ ਬਾਕੀ ਹੋਰ ਧੜੇ ਸੀ ਉਹਨਾਂ ਤੇ ਲੈ ਉਹੀ ਪੈਂਤੜੇ ਸੁਖਦੇਵ ਸਿੰਘ ਹੋਣਾ ਤੇ ਲੈ ਰਹੇ ਕਿ ਕਿੱਦਾਂ ਉਹਨਾਂ ਦਾ ਮੂੰਹ ਬੰਦ ਕਰਨਾ ਹੈਗਾ ਆ, ਬਦਨਾਮ ਕਰਕੇ ਗਾਲਾਂ ਕੱਢ ਕੇ ਉਹਨਾਂ ਦੇ ਬਾਰੇ ਲਿਖ ਕੇ ਪੁੱਠਾ ਸਿੱਧਾ ਹੈ ਨਾ ਜੀ। ਤੇ ਉਹ ਸਾਰੇ ਪੈਂਤੜੇ ਉੱਦਾਂ ਦੇ ਵਰਤ ਕੇ, ਲੇਕਿਨ ਇਹਨਾਂ ਨੂੰ ਹੁਣ ਮਤਲਬ ਇੰਨੀ ਸੋਝੀ ਤੇ ਆਪਣੇ ਉਹਨੂੰ ਅਪਗ੍ਰੇਡ ਕਹਿੰਦੇ ਨੇ, ਪਰ ਇਹਨਾਂ ਨੂੰ ਇੰਨੀ ਸੋਝੀ ਤਾਂ ਆ ਜਾਣੀ ਚਾਹੀਦੀ ਕਿ ਉਹ ਸਾਰੇ ਪੈਂਤੜੇ ਤੁਹਾਡੇ ਹੁਣ ਜਿਹੜੇ ਉਹਨਾਂ ਦੀ ਹਵਾ ਨਿਕਲ ਚੁੱਕੀ ਹੈ, ਐਕਸਪੋਜ਼ਡ ਨੇ ਭਾਈ। ਤੇ ਉਹ ਨਾਲੇ ਮਤਲਬ ਤੁਸੀਂ ਇਹ ਦੇਖੋ ਵੀ ਅਗਲੇ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹੜੀ ਹੈਗੀ ਨਾ ਜਿਹੜਾ ਠੱਗ ਹੁੰਦਾ ਜੀ ਵੀ ਉਹਨੂੰ ਹਿੰਮਤ ਚਾਹੀਦੀ ਹੁੰਦੀ ਆ ਵੀ ਇੱਦਾਂ ਸਰੇਆਮ ਠੱਗਣੇ ਲਈ ਵੀ ਕਿਸੇ ਨੂੰ। ਤੇ ਉਹੋ ਹੀ ਕੰਮ ਇਹ ਕਰਦੇ ਨੇ ਖੱਪ ਗਰੇਡ ਵੀ ਇਹ ਕਹਿ ਲਓ ਵੀ ਇਹਨਾਂ ਦੀ ਹਿੰਮਤ ਆ ਇਹ ਵੀ ਜਿੱਦਾਂ ਹੁੰਦਾ ਨਾ ਬੇਵਕੂਫ ਬੰਦੇ, ਬੇਸ਼ਰਮੀ ਕਹਿ ਲਓ। ਆਹੋ ਬੇਵਕੂਫ ਬੰਦੇ ਦੀ ਜਿਹੜੀ ਹੁੰਦੀ ਨਾ ਵੀ ਵੀ ਅਕਲ ਦੀ ਘਾਟ ਕਰਕੇ ਉਹ ਹਰਕਤਾਂ ਇੱਦਾਂ ਦੀਆਂ ਕਰ ਜਾਂਦਾ ਜਿਹੜੀਆਂ ਵੀ ਉਹ ਇਹ ਆ ਵੀ ਵੀ ਇੱਕ ਬੰਦੇ ਨੇ ਵੀ ਪੜ੍ਹਾਈ ਇੰਨੀ ਕੀਤੀ ਆ ਵੀ 3 ਸਬਜੈਕਟਾਂ ਦੀ, ਜੇ ਉਹਨੇ MA ਕੀਤੀ ਹੋਈ ਆ ਸੁਖਦੇਵ ਸਿੰਘ ਨੇ, ਤੇ ਉਹਦੇ ਅਗੇਂਸਟ ਕਹਿ ਰਿਹਾ ਵੀ ਮੈਂ ਤਾਂ 5ਵੀਂ ਕੀਤੀ ਆ ਵੀ ਪੰਜਾਬੀ ਦੇ ਵਿੱਚ। ਤਾਂ ਫਿਰ ਫੜੇ ਮੂੰਹ ਤੇਰੇ ਭਈ ਲਾਹਨ ਤੇ ਆ ਇਹੋ ਜਿਹੇ ਦੇ ਵੀ ਜਿਹੜਾ ਤੂੰ ਇਹੋ ਜਿਹੇ ਘਟੀਆ ਪੱਧਰ ਦੀ ਮਤਲਬ ਵੀ ਨਾ ਤੂੰ ਕੋਈ ਪੜ੍ਹਾਈ ਕੀਤੀ, ਨਾ ਕੁਛ ਤੂੰ ਸਟੱਡੀ ਕੀਤੀ ਕਿਸੇ ਸਬਜੈਕਟ ਦੀ, ਤੇ ਉਹ ਤੋਂ ਬਾਅਦ ਵੀ ਤੇਰੀ ਰੈਪੂਟੇਸ਼ਨ ਇਹ ਆ ਵੀ ਤੂੰ ਅੱਤ ਦਰਜੇ ਦਾ ਸ਼ਰਾਬੀ ਬੰਦਾ ਆ ਔਰ ਕਦੀ ਤੂੰ ਕੇਸ ਰੱਖ ਲੈਣਾ ਕਦੀ ਘਟਾ ਲੈਣਾ ਆ। ਸੋ ਵੀ ਤੇਰੀ ਵਫਾਦਾਰੀ ਹੈ ਕਿਹਦੇ ਨਾਲ? ਤੇ ਫਿਰ ਮਤਲਬ ਵੀ ਬਕਵਾਸ ਉਹ ਜਿਹੜੇ ਨੀਵੇਂ ਪੱਧਰ ਦੀ ਕਰਦਾ ਆ ਭਾਈ ਲਾਹਨ ਤੇ ਇਹੋ ਜਿਹੇ ਦੇ, ਤੇ ਲਾਹਨ ਤੂੰ ਉਹਨਾਂ ਦੇ ਭਈ ਜਿਹੜੇ ਇਹੋ ਜਿਹੇ ਨੂੰ ਸੁਣ ਕੇ ਤੇ ਕਹਿੰਦੇ ਆ ਵੀ ਬਹੁਤ ਵਧੀਆ, ਬਹੁਤ ਵੱਡਾ ਵਿਦਵਾਨ। ਉਹ ਫਿਰ ਉਹਨਾਂ ਦਾ ਹੀ ਲੈਵਲ ਪਤਾ ਲੱਗਦਾ ਵੀ ਜਿਹੜੇ ਇਹਨੂੰ ਵਿਦਵਾਨ ਕਹਿ ਰਹੇ ਆ ਵੀ ਉਹ ਆਪ ਕਿਹੜੇ ਪੱਧਰ ਤੇ ਬੈਠੇ। ਬਿਲਕੁਲ। ਨਹੀਂ ਮੈਨੂੰ ਤਾਂ ਇਹਦੇ ਨਾਲ ਤਾਂ ਇਹ ਵਾਲਾ ਕੇਸ ਲੱਗਦਾ ਭਾਈ ਜਿੱਦਾਂ ਨਾ ਮਤਲਬ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ, ਤੁਸੀਂ ਦੱਸਦੇ ਵੀ ਹੁੰਦੇ ਕਿ ਸ਼ਰਾਬ ਜ਼ਿਆਦਾ ਪੀਣ ਕਰਕੇ ਕਈਆਂ ਦੇ ਸੈੱਲ ਖਤਮ ਮਰ ਜਾਂਦੇ ਆ, ਨਵੇਂ ਨਹੀਂ ਬਣਦੇ ਜਿਹੜੇ ਨਿਊਰੋਨਸ ਜਿਹੜੇ ਆਪਾਂ ਕਹਿੰਦੇ ਹੈਗੇ ਆ। ਜੈਜ਼ੀ ਬੈਂਸ ਦਾ ਪਿਓ ਰਘਬੀਰ ਸਿੰਘ ਬੈਂਸ, ਹਾਂਜੀ ਉਹਨੇ ਸ਼ੁਰੂ ਜਦੋਂ ਹੋਇਆ ਨਾ ਇਹ ਸਾਰਾ ਇਨਫੋਰਮੇਸ਼ਨ ਟੈਕਨੋਲੋਜੀ ਵਾਲਾ ਜੀ 98-99 ਦੇ ਵਿੱਚ ਉਹਨੇ ਸਿੱਖ ਐਨਸਾਈਕਲੋਪੀਡੀਆ ਨਾਮ ਦੀ CD ਕੱਢੀ। ਠੀਕ ਹੈ ਜੀ। ਆਪਣੀ ਕਹਿ ਲਓ ਵੀ ਪਰਿਵਾਰ ਦੀ ਉਹਨਾਂ ਦੀ ਨਾ ਵੀ ਸਾਰੀ ਜਿਹੜੀ
ਕਮਾਇਆ ਆ ਵੀ ਉਹਨੇ ਉਸੇ ਪ੍ਰੋਜੈਕਟ ਦੇ ਵਿੱਚ ਹੀ ਲਾਤੀ ਓਕੇ ਔਰ ਉਹ ਆਪ ਜਿਹੜਾ ਆ ਵੀ ਉਹਨਾਂ ਨੂੰ ਰੋਟੀ ਦੀ ਵੀ ਜਿਹੜੀ ਆ ਵੀ ਥੋੜ੍ਹ ਹੋ ਗਈ ਠੀਕ ਹੈ ਜੀ ਜੈਜ਼ੀ ਬੈਂਸ ਦੇ ਫੈਮਿਲੀ ਨੂੰ ਜਿੰਨੀ ਦੇਰ ਤੱਕ ਜੈਜ਼ੀ ਬੈਂਸ ਐਜ਼ ਅ ਸਿੰਗਰ ਤੇ ਉਹ ਸਾਰਾ ਕੁਝ ਜਿਹੜਾ ਆ ਵੀ ਜਿੰਨਾ ਕੁ ਉਹਨੇ ਸਰਮਾਇਆ ਕਮਾਇਆ ਆ ਵੀ ਉਹ ਕਹਿ ਲਓ ਵੀ ਆਪਣੇ ਪਰਿਵਾਰ ਨੂੰ ਦੁਬਾਰਾ ਨਹੀਂ ਖੜਾ ਕੀਤਾ ਉਹਨੇ ਜੀ ਨਹੀਂ ਤਾਂ ਉਹਨੇ ਸਾਰਾ ਜਿਹੜਾ ਸੀਗਾ ਵੀ ਉਹ ਉਸੇ ਪ੍ਰੋਜੈਕਟ ਦੇ ਉੱਤੇ ਲਾਤਾ ਸੀ ਰਘਵੀਰ ਸਿੰਘ ਬੈਂਸ ਨੇ ਠੀਕ ਹੈ ਜੀ ਉਹਨੇ ਪ੍ਰੈਜੈਂਟੇਸ਼ਨ ਦਿੱਤੀ ਸੀਗੀ ਚੰਡੀਗੜ੍ਹ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਆ ਕੇ ਤੇ ਉਹਦੇ ਵਿੱਚ ਉਹਨੇ ਟੌਪਿਕ ਜਿਹੜਾ ਉਹਦੇ ਵਿੱਚੋਂ ਐਨਸਾਈਕਲੋਪੀਡੀਆ ਤੇ ਪੀਡੀਆ ਦੇ ਵਿੱਚੋਂ ਆ ਵੀ ਉਹ ਲਿਆ ਸੀ ਸ਼ਰਾਬ ਦਾ ਜੀ ਵੀ ਉਹ ਕਹਿੰਦਾ ਵੀ ਸ਼ਰਾਬ ਜਿਹੜੀ ਆ ਵੀ ਆਪਾਂ ਐਦਾਂ ਹੀ ਕਹਿ ਦਈਦਾ ਵੀ ਸਿੱਖਾਂ ਨੂੰ ਸ਼ਰਾਬ ਮਨਾ ਆ ਜਦੋਂ ਇਹਨੂੰ ਸਟੱਡੀ ਕਰੋ ਤੇ ਫਿਰ ਪਤਾ ਵੀ ਲੱਗਦਾ ਵੀ ਕਿਉਂ ਮਨਾ ਹੈ ਵੀ ਇੱਕ ਤੇ ਇਹ ਆ ਨਾ ਵੀ ਆਪਣੇ ਉੱਤੇ ਕੰਟਰੋਲ ਨਹੀਂ ਰਹਿੰਦਾ ਦੂਜਾ ਉਹ ਕਹਿੰਦਾ ਵੀ ਜਦੋਂ ਤੁਸੀਂ ਫਿਜ਼ੀਕਲੀ ਇਹਦੀ ਰਿਸਰਚ ਕੀਤੀ ਨਾ ਵੀ ਜਿਹੜੇ ਡਾਕਟਰਾਂ ਨੇ ਕੀਤੀ ਆ ਵੀ ਉਹ ਕਹਿੰਦੇ ਵੀ ਸਾਡਾ ਜਿਹੜਾ ਦਿਮਾਗ ਆ ਜੀ ਉਹਦੇ ਵਿੱਚ ਨਿੱਤ ਸੈੱਲ ਬਣਦੇ ਆ ਤੇ ਨਿੱਤ ਮਰਦੇ ਆ ਬਿਲਕੁਲ ਤੇ ਉਹ ਜਿਹੜੀ ਸ਼ਰਾਬ ਆ ਉਹ ਜਿਹੜੇ ਸੈੱਲ ਮਰਦੇ ਆ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਸੈੱਲ ਬਣਨੇ ਨੂੰ ਰੋਕਦੀ ਆ ਬਿਲਕੁਲ ਸੋ ਤਾਂ ਕਰਕੇ ਜਿਹੜਾ ਸ਼ਰਾਬੀ ਬੰਦਾ ਹੈ ਨਾ ਤੁਹਾਨੂੰ ਝੱਟ ਪਤਾ ਲੱਗ ਜਾਂਦਾ ਆ ਨਹੀਂ ਉਹੀ ਗੱਲ ਕਰਦੇ ਨਾ ਇਹ ਸਤਨਾਮ ਦੇ ਹੁਣ ਨਵੇਂ ਸੈੱਲ ਬਣ ਨਹੀਂ ਰਹੇ ਤਾਂ ਇਹ ਵਿਚਾਰੇ ਦੀ ਇਹ ਹਾਲਤ ਹੋਈ ਪਈ ਹੈਗੀ ਹੈ ਪੰਜਵੀਂ ਤੋਂ 6ਵੀਂ ਵੀ ਨਹੀਂ ਕਰ ਸਕਦਾ ਨਾ ਵਿਦਵਾਨਾਂ ਦੀ ਤਾਂ ਭਾਈ ਕਿਆ ਬਾਤ ਹੈ ਇਹਨਾਂ ਦੀ ਮਤਲਬ ਇਹ ਤਾਂ ਨਾ ਜਿੱਦਾਂ ਇਹਨਾਂ ਨੂੰ ਕੋਈ ਇਲਾਹੀ ਗਿਆਨ ਆਉਂਦਾ ਹੈ ਇਹ ਪੜ੍ਹਦੇ ਥੋੜ੍ਹਾ ਨਾ ਇਹ ਕੋਈ ਗਿਆਨ ਇਕੱਠਾ ਕਰਦੇ ਉਹ ਅੰਗਰੇਜ਼ ਸੀਗਾ ਬੈਠੇ ਗਿਆਨ ਉਤਰਦਾ ਅੰਗਰੇਜ਼ ਛਦਾਈ ਜਾਓ ਕਹਿੰਦਾ ਮੈਂ ਨਾ 3 ਕਾਨੂੰਨ ਪੜ੍ਹੇ ਆ ਤੇ ਨਾ ਮੈਂ ਪੜ੍ਹਨੇ ਆ ਫਿਰ ਵੀ ਕਹਿੰਦਾ ਮੈਂ ਹੱਕ 'ਚ ਆਉਣਾ ਤੇ ਏਦਾਂ ਦੇ ਤਾਂ ਮੂਰਖ ਵਿਦਵਾਨ ਭਾਜੀ ਇਹਨਾਂ ਦੇ ਖੇਮੇ 'ਚ ਬੈਠੇ ਆ ਤੇ ਜਿਹੜੇ ਉੱਥੇ ਬਹਿ ਕੇ ਜਬਲੀਆਂ ਮਾਰੀ ਜਾਂਦੇ ਹੈਗੇ ਆ ਤੇ ਦੁਨੀਆ ਦਾ ਹਾਲ ਮਾੜਾ ਹੋਇਆ ਆ ਇਸ ਕਰਕੇ ਅਲਟੀਮੇਟਲੀ ਫਿਰ ਗੱਲ ਉੱਥੇ ਹੀ ਆਉਂਦੀ ਆ ਆਪਣੇ ਆਪ ਨੂੰ ਐਜੂਕੇਟ ਕਰੋ ਬਿਲਕੁਲ ਆਪਣੇ ਆਪ ਨੂੰ ਅਵੇਅਰ ਕਰੋ ਵੀ ਆਲੇ ਦੁਆਲੇ ਕੀ ਹੋ ਰਿਹਾ ਕਿਹੜਾ ਬੰਦਾ ਕੀ ਕਹਿ ਰਿਹਾ ਤੇ ਕਿਉਂ ਕਹਿ ਰਿਹਾ ਬਿਲਕੁਲ ਉਹ ਆਪਣਾ ਤੇ ਨਹੀਂ ਸਮਾਨ ਵੇਚਣ ਦਿਆ ਸਹੀ ਗੱਲ ਆ ਤੇ ਉਹਦਾ ਆਪਣਾ ਸਵਾਰਥ ਤੇ ਨਹੀਂ ਹੈਗਾ ਕੋਈ ਵੀ ਜਿਹੜਾ ਤੁਹਾਨੂੰ ਮੂਰਖ ਬਣਾ ਕੇ ਉਹਨੂੰ ਪੂਰਾ ਕਰ ਰਿਹਾ ਬਿਲਕੁਲ ਜੀ ਸੋ ਇਸ ਕਰਕੇ ਭਾਈ ਵੀ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਵੀ ਜਿੱਥੋਂ ਹਰ ਰੋਜ਼ ਹਰੇਕ ਪਾਸਿਓਂ ਤੁਹਾਡੇ ਉੱਤੇ ਬੰਬਾਰਡਮੈਂਟ ਹੋ ਰਹੀ ਆ ਵੀ ਕੋਈ ਇੱਕ ਸਟੇਟਮੈਂਟ ਦੇ ਰਿਹਾ ਕੋਈ ਦੂਜੀ ਦੇ ਰਿਹਾ ਇੱਕੋ ਟੌਪਿਕ ਦੇ ਉੱਤੇ 10 ਤਰ੍ਹਾਂ ਦੀਆਂ ਸਟੇਟਮੈਂਟਾਂ ਜਦੋਂ ਤੁਹਾਡੇ ਕੋਲੇ ਆਈਆਂ ਜੀ ਤੇ ਤੁਹਾਨੂੰ ਆਪ ਨੂੰ ਹੀ ਫਿਲਟਰ ਡਿਵੈਲਪ ਕਰਨਾ ਪੈਣਾ ਵੀ ਜਿਹਦੇ ਵਿੱਚੋਂ ਵੀ ਤੁਸੀਂ ਆਪ ਜੱਜ ਕਰ ਸਕੋ ਵੀ ਕਿਹੜੀਆਂ ਸਟੇਟਮੈਂਟਾਂ ਸਹੀ ਆ ਜੀ ਕਿਹੜੀਆਂ ਗਲਤ ਆ ਤੇ ਕਿਹੜੀਆਂ ਬਹੁਤ ਖਤਰਨਾਕ ਬਿਲਕੁਲ ਜੀ ਬਿਲਕੁਲ ਨਹੀਂ ਉਹ ਤਾਂ ਸਹੀ ਗੱਲ ਹੈ ਭਾਈ ਸਾਨੂੰ ਸਾਰਾ ਕੁਝ ਸੋਚ ਸਮਝ ਕੇ ਵਿਚਾਰ ਕੇ ਦੇਖਣਾ ਚਾਹੀਦਾ ਜੋ ਵੀ ਇਹ ਕਿਹਾ ਜਾ ਰਿਹਾ ਆ ਕਿਉਂਕਿ ਫੇਸਬੁੱਕ ਦੇ ਉੱਤੇ ਤਾਂ ਤੁਹਾਨੂੰ ਪਤਾ ਹੀ ਆ ਹਰ ਕੋਈ ਨਿੱਤ ਹੀ ਨਵਾਂ ਵਿਦਵਾਨ ਕੋਈ ਜੰਮਦਾ ਆ ਤੇ ਉੱਥੇ ਬਹਿ ਕੇ ਸਾਰੀ ਵਿਦਵਾਨੀ ਆਪਣੀ ਝਾੜਦੇ ਰਹਿੰਦੇ ਹੈਗੇ ਕਿ ਅਸੀਂ ਇੱਦਾਂ ਤੇ ਅਸੀਂ ਉੱਦਾਂ ਤੇ ਕਹਿਣ ਦਾ ਭਾਵ ਉਹੀ ਹੈ ਕਿ ਜਦ ਤੱਕ ਅਸੀਂ ਆਪਣੇ ਗਿਆਨ ਦਾ ਪੱਧਰ ਉੱਚਾ ਨਹੀਂ ਚੱਕਦੇ ਹੈਗੇ ਅਸੀਂ ਇਹੋ ਜਿਹੇ ਫਰੋਡੀਆਂ ਨੂੰ ਇਹੋ ਜਿਹੇ ਠੱਗਾਂ ਨੂੰ ਪਛਾਣ ਨਹੀਂ ਸਕਦੇ ਹੈਗੇ ਮੈਨੂੰ ਤਾਂ ਹੋਰ ਗੱਲ ਕਲਿੱਕ ਹੁੰਦੀ ਸੀ ਕਿ ਮੈਂ ਕਿਹਾ ਚਲੋ ਸਤਨਾਮ ਨੇ ਦੱਸ ਤਾਂ ਦਿੱਤਾ ਮੈਂ ਪੰਜਵੀਂ ਤੱਕ ਪੜ੍ਹਿਆ ਆ ਜਿਹੜਾ ਸਾਡਾ ਇੱਥੇ ਅਪਗ੍ਰੇਡ ਬੈਠਾ ਉਹਦਾ ਤਾਂ ਪਤਾ ਹੀ ਨਹੀਂ ਚੱਲਦਾ ਕਦੇ ਕਹਿੰਦੇ ਮੈਂ 12ਵੀਂ ਆ ਕਦੇ 50 ਤਰ੍ਹਾਂ ਦੀਆਂ ਸਟੇਟਮੈਂਟਾਂ ਦਿੱਤੀਆਂ 50 ਬੰਦਿਆਂ ਨੂੰ ਮੈਂ ਤਾਂ ਉਹੀ ਤੁਹਾਡੀ ਸਟੇਟਮੈਂਟ ਉਹਨੂੰ ਚੇਤੇ ਆ ਗਿਆ ਕਦੇ ਕਹਿੰਦੇ ਮੈਂ 12ਵੀਂ ਪਾਸ ਆ ਕਦੇ ਕਹਿੰਦੇ ਮੈਂ BA ਕੀਤੀ ਹੈ ਕਦੇ ਮੈਂ ਸੈਕਿੰਡ ਈਅਰ 'ਚ ਆ ਗਿਆ ਸੀਗਾ ਤਾਂ ਕਦੇ ਮੈਂ ਫਾਈਨਲ ਦੇ ਪੇਪਰ ਦੇਣੇ ਵਾਲੇ ਫਾਈਨਲ ਦੇ ਪੇਪਰ ਦੇਣੇ ਆ ਔਕਾਤ ਇਹਨਾਂ ਦੀ ਤੇ ਆ ਹੈਸੀਅਤ ਇਹਨਾਂ ਲੋਕਾਂ ਦੀ ਜਿਹੜੇ ਦੁਨੀਆ ਨੂੰ ਗਿਆਨ ਵੰਡਦੇ ਫਿਰਦੇ ਆ ਆਪਦੇ ਪੱਲੇ ਤੇ ਇਹਨਾਂ ਦੇ ਆ ਪਿਆ ਹੈ ਜੀ ਇਹਨਾਂ ਕੋ ਸਾਰਾ ਕੁਝ ਤੇ ਬਿਲਕੁਲ ਭਾਜੀ ਉਹ ਗੱਲਾਂ ਜਦ ਤੱਕ ਅਸੀਂ ਆਪਣੇ ਧਿਆਨ ਦੇ ਵਿੱਚ ਨਹੀਂ ਲਿਆਉਂਦੇ ਕਿ ਕੌਣ ਬੰਦਾ ਕਿਹੋ ਜਿਹੀ ਸਟੇਟਮੈਂਟ ਦੇ ਰਿਹਾ ਹੈ ਤੇ ਉਹਦੇ ਕੀ ਅਰਥ ਬਣਦੇ ਨੇ ਤੇ ਉਹ ਕਿੰਨੀ ਖਤਰਨਾਕ ਹੈ ਉਹ ਕਿੱਦਾਂ ਕਿਸੇ ਦੇ ਹੱਕ 'ਚ ਜਾ ਰਹੀ ਹੈ ਕਿਸੇ ਦੇ ਅਗੇਂਸਟ ਜਾ ਰਹੀ ਹੈਗੀ ਹੈ ਤੇ ਉਹ ਚੀਜ਼ਾਂ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਉਹ ਤभी ਅਸੀਂ ਧਿਆਨ ਰੱਖ ਸਕਦੇ ਹਾਂ ਅਗਲੇ ਦੀ ਸਟੇਟਮੈਂਟਾਂ ਦੇ ਉੱਤੇ ਅਸੀਂ ਨਜ਼ਰ ਤਾਂ ਹੀ ਰੱਖ ਸਕਦੇ ਹਾਂ ਜੇ ਅਸੀਂ ਆਪ ਗਿਆਨਵਾਨ ਹੋਈਏ ਆਪਣਾ ਜਿਹੜਾ ਗਿਆਨ ਦਾ ਪੱਧਰ ਉੱਚਾ ਚੁੱਕਿਆ ਹੋਵੇ ਤਾਂ ਹੀ ਅਸੀਂ ਅਗਲੇ ਨੂੰ ਪਛਾਣ ਸਕਦੇ ਹਾਂ ਇਹੋ ਜਿਹੇ ਜਿਹੜੇ ਬੁੱਕਲ ਦੇ ਸੱਪ ਆ ਇਹੋ ਜਿਹੇ ਜਿਹੜੇ ਠੱਗ ਆ ਕਮੀਣਗੀਆਂ ਕਰਦੇ ਫਿਰਦੇ ਆ ਇਹਨਾਂ ਨੂੰ ਅਸੀਂ ਤਦ ਪਛਾਣ ਸਕਦੇ ਹਾਂ ਜੇ ਅਸੀਂ ਆਪ ਨੌਲੇਜੇਬਲ ਹੈਗੇ ਹਾਂ ਅਸੀਂ ਗਿਆਨਵਾਨ ਹੈਗੇ ਹਾਂ ਨਹੀਂ ਤਾਂ ਫਿਰ ਅਸੀਂ ਉਹੀ ਬਾਰ-ਬਾਰ ਅਸੀਂ ਇੱਥੋਂ ਕਹਿੰਦੇ ਹੁੰਦੇ ਹਾਂ ਕਿ ਇਹੋ ਜਿਹੇ ਠੱਗਾਂ ਦਾ ਸ਼ਿਕਾਰ ਬਣ ਕੇ ਫਿਰ ਅਸੀਂ ਵਿਕਟਿਮ ਬਣ ਜਾਣਾ ਆ ਤੇ ਬਾਅਦ 'ਚ ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁਛ ਨਹੀਂ ਹੋਣਾ ਤੇ ਇਸ ਲਈ ਬੇਨਤੀ ਹੈ ਆਪਣੇ ਗਿਆਨ ਦਾ ਪੱਧਰ ਉੱਚਾ ਚੁੱਕੋ ਤਾਂ ਕਿ ਇਹੋ ਜਿਹੇ ਠੱਗਾਂ ਤੋਂ ਬਚਿਆ ਜਾ ਸਕੇ ਤੇ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।